ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਤੁਰਕੀ ਬਾਣੀ ਦਾ ਫੁਰਮਾਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਜਿੱਥੇ ਆਪ ਸੰਗਤਾਂ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਕ ਬਾਣੀ ਦੀ ਲੜੀਵਾਰ ਕਥਾ ਰਾਹੀਂ ਵਿਚਾਰ ਸਰਵਣ ਕਰਦੇ ਹੋ, ਉੱਥੇ ਹੀ ਸਿੱਖ ਜਗਤ ਦਾ ਜਿਹੜਾ ਹੋਰ ਸਾਹਿਤ ਹੈ, ਇਤਿਹਾਸ ਹੈ, ਗੁਰਮੁਖਾਂ ਮਹਾਂਪੁਰਸ਼ਾਂ ਦੀ ਬਾਣੀ ਹੈ, ਉਹਦੀ ਵਿਚਾਰ ਵੀ ਸਮੇਂ-ਸਮੇਂ 'ਤੇ ਆਪ ਸੰਗਤਾਂ ਦੇ ਸਨਮੁਖ ਕਥਾਵਾਚਕ ਰੱਖਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜੋ ਸਿੱਖ ਜਗਤ ਦੀ, ਜੋ ਖਾਲਸਾ ਪੰਥ ਦੀ ਨਿਤਨੇਮ ਦੀ ਮਰਿਆਦਾ ਹੈ, ਜਪ ਜਾਪ ਸਵਈਏ ਚੌਪੀ ਆਨੰਦ, ਜੋ ਖੰਡੇ ਦੀ ਪਾਕ ਪਹੁਲ ਸਮੇਂ ਉਚਾਰੀਆਂ ਜਾਂਦੀਆਂ ਬਾਣੀਆਂ ਨੇ, ਜਪ ਜਾਪ ਸਵਈਏ ਚੌਪੀ ਆਨੰਦ। ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਕ ਬਾਣੀ ਚੌਪਈ ਸਾਹਿਬ ਦੀ ਵਿਆਖਿਆ ਅੱਜ ਆਪ ਸੰਗਤ ਦੇ ਸਨਮੁਖ ਰੱਖਣੀ ਹੈ। ਆਓ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫੁਰਮਾਨ ਹੈ, ਹਰ ਹਰ ਨਾਮ ਕਥਾ ਨਿਤ ਸੁਣੀਐ। ਅਕਾਲ ਪੁਰਖ ਦੀ ਉਪਮਾ ਦੇ ਜਿਹੜੇ ਬੋਲ ਨੇ, ਜੋ ਉਸ ਦੀ ਕੀਰਤੀ ਦੀ ਕਥਾ ਹੈ, ਵਿਚਾਰ ਹੈ, ਕਹਿੰਦੇ ਅਗਰ ਕੋਈ ਸੁਣ ਲੈਂਦਾ ਹੈ, ਜੀਵਨ ਵਿੱਚ ਵਸਾ ਲੈਂਦਾ ਹੈ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉਜਲ ਦੁੱਤਰ ਤਰੀਐ ਜੀਓ। ਸੰਗਤ ਵਿੱਚ ਬੈਠ ਕੇ ਕਥਾ ਵਿਚਾਰਾਂ ਸੁਣਨ ਦੇ ਨਾਲ ਜੀਵਨ ਵਿੱਚ ਬਦਲਾਅ ਆਉਂਦਾ ਹੈ। ਇਹ ਜੋ ਦੁੱਖਾਂ ਦਾ ਸਾਗਰ ਹੈ ਸੰਸਾਰ, ਇਹ ਸੁਖਾਲਾ ਕਹਿੰਦੇ ਤਰ ਜਾਈਦਾ ਹੈ। ਰੋਗ ਸੋਗ ਇਹ ਬਾਣੀ ਦੀ ਕਥਾ ਵਿਚਾਰ ਮਿਟਾ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਪਾਕ ਜੋਤ ਦੇ 10ਵੇਂ ਜਾਮੇ ਨੇ, ਜਿਸ ਦਾ ਪਹਿਲਾ ਜਾਮਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਨ। ਅਕਾਲ ਪੁਰਖ ਦੀਆਂ ਅਗੰਮੀ ਅਜ਼ਮਤਾਂ ਲੈ ਕੇ ਮਹਾਰਾਜ ਪ੍ਰਗਟ ਹੋਏ।
ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ 10 ਜਾਮੇ ਪਾਤਸ਼ਾਹ ਨੇ ਬਦਲੇ। ਅਕਾਲ ਪੁਰਖ ਦੇ ਨਾਮ ਦਾ ਹੋਕਾ ਦਿੱਤਾ, ਸੱਚ ਨੂੰ ਪ੍ਰਚੰਡ ਕੀਤਾ, ਬੁਲੰਦ ਕੀਤਾ, ਅਗਿਆਨ ਨੂੰ ਮਿਟਾ ਕੇ ਵਿਕਾਰਾਂ ਦੇ ਬੰਧਨ ਕੱਟਣੇ ਕੀਤੇ। ਬਲਿਓ ਚਿਰਾਗ ਅੰਧਾਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਅਕਾਲ ਪੁਰਖ ਦੀ ਅਗੰਮੀ ਤਾਕਤ, ਅਕਾਲ ਪੁਰਖ ਦਾ ਸਰੂਪ ਲੈ ਕੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਗਿਆਨ ਦੇ ਨਾਲ ਦੁਨੀਆ ਨੂੰ ਰਚਨਾਇਆ ਹੈ, ਔਰ ਗੁਰੂ ਦੀ ਇਹ ਤਾਕਤ ਹੈ। ਬਾਣੀ ਦਾ ਫੁਰਮਾਨ ਹੈ, ਸਤਿਗੁਰ ਦਾਤਾ ਮੁਕਤ ਕਰਾਏ। ਤੈਨੂੰ ਰੋਗ ਨੇ ਤਨ ਦਾ ਵਿਸ਼ਾ ਹੈ, ਸੋਗ ਨੇ ਮਨ ਦਾ ਵਿਸ਼ਾ ਹੈ, ਡਿਪਰੈਸ਼ਨ ਆਦਿਕ ਚਿੰਤਾਵਾਂ, ਪ੍ਰਤੱਖ 84 ਲੱਖ ਜੂਨਾਂ ਦਾ ਗੇੜ, ਜਾਂ ਕੋਈ ਗੁਲਾਮੀ ਦੇ ਬੰਧਨ ਨੇ। ਗੁਰੂ ਹਰ ਬੰਧਨ ਤੋਂ ਮੁਕਤੀ ਦਿਵਾਉਣ ਵਾਲਾ ਹੈ। ਗੁਰੂ ਗ੍ਰੈਂਟਸ ਲਿਬਰੇਸ਼ਨ, ਨਜ਼ਾਤ ਦਿਵਾਉਣ ਵਾਲਾ ਹੈ। ਸੋ ਮਹਾਰਾਜ ਨੇ, ਮਨੁੱਖਤਾ ਵਿਕਾਰਾਂ ਦੀ ਗੁਲਾਮ ਸੀ, ਅਗਿਆਨਤਾ ਦੇ ਲੋਕ ਗੁਲਾਮ ਸਨ। ਇਸ ਗੁਲਾਮੀ ਦੇ ਅੰਧਕਾਰ ਨੂੰ ਦੂਰ ਕਰਨ ਲਈ, ਗੁਲਾਮੀ ਦੇ ਅਗਿਆਨਤਾ ਦੇ ਸੰਗਲਾਂ ਨੂੰ ਕੱਟਣ ਦੇ ਲਈ ਗਿਆਨ ਦੀ ਤਲਵਾਰ ਬਖਸ਼ੀ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅਰਜਨ ਸਾਹਿਬ ਨੇ। ਪਾਕ ਪ੍ਰੇਮ ਰਸੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਅਗਿਆਨ ਦੇ ਅੰਧਕਾਰ ਨਾਲੋਂ ਰਾਜਸੀ ਅੰਧਕਾਰ ਜ਼ਿਆਦਾ ਸੀ। ਰਾਜਸੀ ਲੋਕ ਅਤਿਆਚਾਰ ਜ਼ਿਆਦਾ ਕਰਦੇ ਸਨ। ਲੋਕ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਦੇ ਗੁਲਾਮ ਸਨ। ਇਸ ਗੁਲਾਮ ਫਿਜ਼ਾ ਦੇ ਅੰਦਰ ਪਾਤਸ਼ਾਹ ਨੇ ਜਾਣਿਆ ਵੀ ਗਿਆਨ ਦੀ ਤਲਵਾਰ ਦੇ ਨਾਲ ਹੁਣ ਖੇਡ ਨਹੀਂ ਚੱਲਣੀ, ਹੁਣ ਲੋਹ ਖੜਗ ਚਾਹੀਦੀ ਹੈ। ਰਾਜਸੀ ਧੱਕੇ ਦੇ ਖਿਲਾਫ ਤਲਵਾਰ ਉਠਾਉਣੀ ਪਵੇਗੀ। ਹੁਣ ਜਿਹੜੇ ਲੋਕ ਸਦੀਆਂ ਤੋਂ ਗੁਲਾਮ ਨੇ, ਉਹ ਤਲਵਾਰ ਉਠਾ ਕੇ ਹੁਕਮਰਾਨਾਂ ਦੇ ਨਾਲ ਟਕਰਾ ਜਾਣ, ਏਡੀ ਵੱਡੀ ਤਬਦੀਲੀ ਲਿਆਉਣੀ ਬੜੀ ਮੁਸ਼ਕਲ ਸੀ। ਪਾਤਸ਼ਾਹ ਨੇ ਕਲਮ ਚੁੱਕੀ, ਸੂਰਬੀਰਾਂ ਦੀਆਂ ਗਾਥਾਵਾਂ ਲਿਖੀਆਂ, ਜੰਗ ਯੁੱਧ ਲਿਖੇ, ਜਿਸ ਨੂੰ ਪੜ੍ਹ ਸੁਣ ਕੇ ਭਾਰਤ ਵਰਸ਼ ਦੇ ਜੋ ਲੋਕ ਕਾਇਰ ਹੋ ਚੁੱਕੇ ਸਨ, ਉਹਨਾਂ ਅੰਦਰ ਵੀਰ ਰਸ ਪੈਦਾ ਹੋਇਆ। ਉਹ ਤਲਵਾਰ ਲੈ ਕੇ ਮੁਗਲਿਆ ਸਲਤਨਤ ਦੇ ਜ਼ੁਲਮ ਦੇ ਖਿਲਾਫ ਡਟ ਗਏ। ਖਾਲਸਾ ਸਾਜਿਆ ਗਿਆ 1699 ਦੀ ਵਿਸਾਖੀ ਨੂੰ। ਹੁਣ ਇਹ ਮਾਲਾ ਦੇ ਧਾਰਨੀ, ਤਲਵਾਰ ਦੇ ਧਾਰਨੀ ਬਣ ਗਏ ਸਨ। ਮਹਾਰਾਜ ਤੁਸੀਂ ਦਸਮ ਬਾਣੀ ਕਿਉਂ ਉਚਾਰੀ? ਕਹਿੰਦੇ ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਲੋਕਾਂ ਦੇ ਅੰਦਰ ਧਰਮ ਯੁੱਧ ਪੈਦਾ ਕਰਨ ਦੇ ਲਈ, ਲੋਕਾਂ ਦੇ ਅੰਦਰ ਉਹ ਜਜ਼ਬਾ ਪੈਦਾ ਕਰਨ ਦੇ ਲਈ ਜਿਹੜਾ ਗੁਲਾਮੀ ਦੇ ਸੰਗਲਾਂ ਨੂੰ ਤੋੜ ਦੇਵੇਗਾ। ਦੀਨ ਦੀ ਖਾਤਰ ਜੂਝਣ ਦਾ ਜਜ਼ਬਾ ਪੈਦਾ ਕੀਤਾ, ਵਿਕਾਰਾਂ ਦੇ ਨਾਲ ਜੂਝਣ ਦੀ ਬਰਕਤ ਬਖਸ਼ੀ। ਗੁਰੂ ਗ੍ਰੰਥ ਸਾਹਿਬ ਦਾ ਵੀ ਫੁਰਮਾਨ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ, ਦੀਨ ਕੈ ਹੇਤ ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਦੀਨ ਗਰੀਬ ਨੂੰ ਵੀ ਕਿਹਾ ਹੈ ਤੇ ਧਰਮ ਨੂੰ ਵੀ ਕਿਹਾ ਹੈ। ਜਿਹੜਾ ਮਜ਼ਲੂਮ ਲਈ ਲੜਦਾ ਹੈ, ਧਰਮ ਲਈ ਲੜਦਾ ਹੈ, ਉਹ ਸੂਰਮਾ ਹੈ, ਉਹ ਸ਼ਹਾਦਤ ਦੀ ਅਵਧੀ ਮਾਣਦਾ ਹੈ। ਸੋ ਐਸੇ ਸੂਰਬੀਰ ਮਹਾਰਾਜ ਨੇ ਪੈਦਾ ਕਰ ਦਿੱਤੇ। ਕਲਮ ਦੇ ਨਾਲ ਬੜੀ ਮਹਾਨ ਤਬਦੀਲੀ ਲਿਆਂਦੀ। ਇਹ ਜਿਸ ਚੌਪਈ ਸਾਹਿਬ ਦੀ ਆਪਾਂ ਕਥਾ ਕਰਨੀ ਹੈ, ਇੱਕ ਬੜੀ ਵੀਰ ਰਸੀ ਗਾਥਾ ਉਹਦੇ ਅਖੀਰ ਵਿੱਚ ਪਾਕ ਬਾਣੀ ਦਰਜ ਹੈ। ਚਰਿਤਰੋਪਖਿਆਨ 405 ਜਿਹੜੇ ਚਰਿੱਤਰ ਨੇ, ਇਹਨਾਂ ਦੇ ਅਖੀਰ ਵਿੱਚ
ਇਹ ਪਾਕ ਬਾਣੀ ਦਰਜ ਹੈ। ਉੱਥੇ ਇੱਕ ਚਰਿੱਤਰ ਆਉਂਦਾ ਹੈ ਜਿਹਦੇ ਵਿੱਚ ਇਸਤਰੀ ਦਾ ਇਹ ਪੱਖ ਮਹਾਰਾਜ ਨੇ ਦਰਸਾਇਆ ਹੈ ਵੀ ਜਦੋਂ ਪਰਮਾਤਮਾ ਦੀ ਯਾਦ ਵਿੱਚ ਬੈਠਦੀ ਹੈ ਨਾ, ਸ਼ਕਤੀ ਪ੍ਰਾਪਤ ਕਰ ਲੈਂਦੀ ਹੈ, ਫਿਰ ਬੜੇ ਬੜੇ ਜ਼ਾਲਮਾਂ ਦਾ ਸਰਵਨਾਸ਼ ਕਰ ਦਿੰਦੀ ਹੈ। ਜਿਸ ਨੂੰ ਤੁਸੀਂ ਗੁਲਾਮ ਸਮਝਦੇ ਹੋ, ਉਹ ਪਰਮਾਤਮਾ ਦੀ ਬਰਕਤ ਦੇ ਨਾਲ ਆਜ਼ਾਦ ਹਸਤੀ ਸਾਬਤ ਹੁੰਦੀ ਹੈ। ਕਹਿੰਦੇ ਸਤਯੁਗ ਦੇ ਵਿੱਚ ਰਾਜਾ ਸਤਯਸੰਧ ਤੇ ਦੀਰਘਦਾੜ ਦੈਂਤ ਦਾ ਜੰਗ ਹੁੰਦਾ ਹੈ। ਉਹਨਾਂ ਦੇ ਜੰਗ ਦੇ ਦਰਮਿਆਨ ਇੱਕ ਇਸਤਰੀ ਉਪਜਦੀ ਹੈ, ਦੁਲਹ ਦੇਈ ਉਹਦਾ ਨਾਮ ਹੈ। ਉਸਨੂੰ ਕੋਈ ਵਰ ਪਸੰਦ ਨਹੀਂ ਆਉਂਦਾ, ਯੋਗ ਮਨੁੱਖ ਪਸੰਦ ਨਹੀਂ ਆਉਂਦਾ। ਉਹ ਇਬਾਦਤ ਕਰਦੀ ਹੈ, ਬੰਦਗੀ ਕਰਦੀ ਹੈ। ਕਹਿੰਦੇ ਦੁਰਗਾ ਦੇਵੀ ਪ੍ਰਗਟ ਹੋ ਕੇ ਦੁਲਹ ਦੇਈ ਨੂੰ ਵਰ ਦਿੰਦੀ ਹੈ ਵੀ ਤੈਨੂੰ ਅਕਾਲ ਵਰੇਗਾ, ਪਰਮਾਤਮਾ ਵਰੇਗਾ। ਕਹਿੰਦੇ ਉਸ ਰਾਤ ਅਕਾਲ ਪੁਰਖ ਨੇ ਦੁਲਹ ਦੇਈ ਦੇ ਸੁਪਨੇ ਵਿੱਚ ਆ ਕੇ ਦਿਦਾਰੇ ਬਖਸ਼ੇ ਅਤੇ ਇੱਕ ਗੱਲ ਕਹੀ ਵੀ ਸਵਾਸ ਵੀਰਿਆ, ਦਾਨਵ ਬੜਾ ਪਾਪ ਕਰ ਰਿਹਾ ਹੈ, ਤੂੰ ਉਹਦਾ ਵੱਧ ਕਰ ਤੇ ਮੈਂ ਤੇਰੇ ਨਾਲ ਵਿਵਾਹ ਕਰਾਂਗਾ, ਤੇਰੇ ਸਿਰ ਦਾ ਸਾਈਂ ਬਣਾਂਗਾ। ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸਵਾਸ ਵੀਰਿਆ ਦੈਂਤ ਦੇ ਨਾਲ ਦੁਲਹ ਦੇਈ ਦਾ ਯੁੱਧ ਹੁੰਦਾ ਹੈ, ਥੱਕ ਜਾਂਦੀ ਹੈ, ਬੜਾ ਜ਼ੋਰਾਵਰ ਸੀ ਉਹ ਦੈਂਤ। ਅਖੀਰ ਜਦੋਂ ਕੋਈ ਜ਼ੋਰ ਨਹੀਂ ਚੱਲਦਾ, ਥੱਕ ਹਾਰ ਕੇ ਅਕਾਲ ਪੁਰਖ ਨੂੰ ਯਾਦ ਕਰਦੀ ਹੈ, ਰੱਖਿਆ ਦੇ ਬਾਬਤ ਬੇਨਤੀਆਂ ਕਰਦੀ ਹੈ ਤੇ ਅਕਾਲ ਪੁਰਖ ਫਿਰ ਪ੍ਰਗਟ ਹੋ ਗਏ, ਸਵਾਸ ਵੀਰਿਆ ਦੈਂਤ ਦੀ ਫੌਜ ਦਾ ਤੇ ਉਸ ਦਾ ਸੰਘਾਰ ਕਰਦੇ ਨੇ। ਸੋ ਇੱਥੇ ਇੱਕ ਪੰਕਤੀ ਆਉਂਦੀ ਹੈ, ਪੁਨਰਾ ਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਉਹ ਅਕਾਲ ਪੁਰਖ ਪ੍ਰਗਟ ਹੋ ਕੇ ਰਾਖਸ਼ ਦਾ ਸਿਰ ਕੱਟਦੇ ਨੇ। ਉਹ ਕੌਣ ਨੇ? ਸ੍ਰੀ ਅਸਕੇਤ ਜਗਤ ਕੇ ਈਸਾ। ਇਹਦੀ ਵਿਆਖਿਆ ਵੀ ਕਈ ਵਾਰ ਗਲਤ ਕਰ ਦਿੱਤੀ ਜਾਂਦੀ ਹੈ। ਭੋਲੇ ਭਾਲੇ ਵੀਰਾਂ ਨੂੰ ਜਾਲ ਵਿੱਚ ਫਸਾਉਣ ਲਈ ਕਈ ਪ੍ਰੀਸਟ ਕਹਿ ਦਿੰਦੇ ਨੇ ਇੱਥੇ ਈਸਾ ਲਫ਼ਜ਼ ਜੀਸਸ ਕ੍ਰਾਈਸਟ ਲਈ ਵਰਤਿਆ ਹੈ। ਨਹੀਂ, ਅਸਕੇਤ, ਅਸ ਕਹਿੰਦੇ ਨੇ ਤਲਵਾਰ ਨੂੰ ਤੇ ਕੇਤ ਕਹਿੰਦੇ ਨੇ ਨਿਸ਼ਾਨ ਨੂੰ, ਝੰਡੇ ਨੂੰ, ਧਵਜ ਨੂੰ। ਇੱਥੇ ਈਸਾ ਕੌਣ ਹੈ? ਕਹਿੰਦੇ ਜਿਹਦਾ ਧਵਜ ਤਲਵਾਰ ਹੈ, ਖੜਗ ਹੈ, ਜੋ ਜੰਗ ਲੜਦਾ ਹੈ। ਹੁਣ ਜੀਸਸ ਕ੍ਰਾਈਸਟ ਤੇ ਕੋਈ ਜੰਗ ਲੜੇ ਨਹੀਂ। ਭਾਵ ਅਕਾਲ ਪੁਰਖ ਜੋ ਗਿਆਨ ਦੀ ਖੜਗ ਨਾਲ ਅਗਿਆਨ ਦਾ ਖਾਤਮਾ ਕਰਦਾ ਹੈ। ਤੇ ਪ੍ਰਤੱਖ ਜਦੋਂ ਦੁਸ਼ਮਣ ਘੇਰਾ ਪਾ ਲੈਂਦੇ ਨੇ, ਉਸ ਨੂੰ ਯਾਦ ਕਰੋ, ਤੁਹਾਨੂੰ ਐਸਾ ਬਾਹੂਬਲ ਬਖਸ਼ਦਾ ਹੈ, ਤੁਸੀਂ ਅਸ ਲੈ ਕੇ, ਤਲਵਾਰ ਲੈ ਕੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਦਿੰਦੇ ਹੋ। ਈਸਾ ਦਾ ਭਾਵ ਹੈ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਈਸ, ਭਾਵ ਜੋ ਮਾਲਕ ਹੈ, ਹਕੂਮਤ ਕਰਨ ਵਾਲਾ। ਇੱਥੇ ਮੈਰੀ ਦੇ ਲਖਤੇ ਜਿਗਰ ਜੀਸਸ ਕ੍ਰਾਈਸਟ ਦੀ ਗੱਲ ਨਹੀਂ ਹੈ। ਠੀਕ ਹੈ, ਉਹ ਮਹਾਂਪੁਰਸ਼ ਹੋਏ ਨੇ ਈਸਾਈ ਮਤ ਦੇ ਬੜੇ ਵੱਡੇ, ਪਰ ਇੱਥੇ ਈਸਾ ਤੋਂ ਭਾਵ ਹੈ ਅਕਾਲ ਪੁਰਖ, ਦੁਨੀਆ ਦਾ ਮਾਲਕ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧਰਣੀਧਰ ਈਸ ਨਰਸਿੰਘ ਨਾਰਾਇਣ। ਕਹਿੰਦੇ ਉਹ ਅਕਾਲ ਪੁਰਖ ਜਿਹੜਾ ਧਰਤੀ ਨੂੰ ਧਾਰਨੇ ਵਾਲਾ ਹੈ, ਕਦੇ ਨਰਸਿੰਘ ਨੂੰ ਬਰਕਤਾਂ ਦੇ ਕੇ ਦੁਨੀਆ ਤੇ ਘੱਲਦਾ ਹੈ, ਕਦੇ ਵਿਸ਼ਨੂੰ ਜੀ ਦੇ ਅਵਤਾਰਾਂ ਨੂੰ ਬਰਕਤਾਂ ਦੇ ਕੇ ਦੁਨੀਆ ਤੇ ਘੱਲਦਾ ਹੈ। ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀ ਹੈ। ਜੋ ਜਗਤ ਦਾ ਈਸ਼ਵਰ ਹੈ, ਗੋਪਾਲ, ਗੋ ਧਰਤੀ ਪਾਲ, ਪਾਲਣ ਵਾਲਾ, ਉਹ ਪਰਮਾਤਮਾ ਜੋ ਪ੍ਰਿਥਵੀ ਦਾ ਪਾਲਕ ਹੈ। ਕਹਿੰਦੇ ਉਹਦੇ ਗੀਤ ਗਾਇਆ ਕਰੋ, ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ। ਚਿਤਾਰੀ ਹੈ, ਸਾਧੂਆਂ ਦੀ ਸੰਗਤ 'ਚ ਬਹਿ ਕੇ ਉਹਨੂੰ ਚੇਤੇ ਕਰਿਆ ਕਰੋ। ਸੋ ਜਗਤ ਦੇ ਈਸ਼ਵਰ ਨੂੰ ਈਸਾ ਕਿਹਾ ਹੈ, ਅਕਾਲ ਪੁਰਖ ਨੂੰ। ਹੁਣ ਈਸਾਈ ਮਤ ਜੀਸਸ ਕ੍ਰਾਈਸਟ ਬਾਬਤ ਕਹਿੰਦੇ ਨੇ ਹੀ ਇਜ਼ ਦਾ ਓਨਲੀ ਸਨ ਆਫ ਗੋਡ,
ਉਹਨੂੰ ਰੱਬ ਦਾ ਪੁੱਤਰ ਕਹਿੰਦੇ ਨੇ। ਸੋ ਸਾਰੇ ਮਹਾਂਪੁਰਸ਼ ਰੱਬ ਦੇ ਹੀ ਪੁੱਤਰ ਨੇ, ਪਰ ਇੱਥੇ ਰੱਬ ਦੀ ਗੱਲ ਹੋ ਰਹੀ ਹੈ ਈਸਾ, ਈਸ਼ਵਰ, ਜੋ ਜੀਸਸ ਕ੍ਰਾਈਸਟ ਦੇ ਵੀ ਪਿਤਾ ਨੇ, ਸਾਰੇ ਮਹਾਂਪੁਰਸ਼ਾਂ ਦੇ ਪਿਤਾ ਨੇ, ਅਕਾਲ ਪੁਰਖ। ਉਹ ਜਦੋਂ ਅਕਾਲ ਪੁਰਖ ਨੇ ਦੈਂਤ ਦਾ, ਸਵਾਸ ਵੀਰੇ ਦਾ ਸਿਰ ਲਾਇਆ ਨਾ, ਤੇ ਦੇਵਤਿਆਂ ਨੇ ਜੈ ਜੈਕਾਰ ਕੀਤੀ। ਹੁਣ ਮਹਾਰਾਜ ਉਸ ਪ੍ਰਸੰਗ ਦੇ ਅਖੀਰ ਵਿੱਚ ਇਹ ਚੌਪਈ ਬਾਣੀ ਲਿਖਦੇ ਨੇ। ਹੁਣ ਅਖੀਰ ਵਿੱਚ ਲਿਖਣ ਦਾ ਮਤਲਬ ਇਹ ਹੈ, ਮਨੁੱਖਤਾ ਨੂੰ ਉਪਦੇਸ਼ ਦਿੰਦੇ ਨੇ। ਵੇਖੋ, ਇਸਤਰੀ ਨੂੰ ਲੋਕ ਪੈਰ ਦੀ ਜੁੱਤੀ ਸਮਝਦੇ ਸਨ, ਗੁਲਾਮ ਸਮਝਦੇ ਸਨ। ਜਿਸ ਦਿਨ ਅਕਾਲ ਪੁਰਖ ਦੀ ਇਬਾਦਤ ਕਰਕੇ ਬਰਕਤਾਂ ਹਾਸਲ ਕੀਤੀਆਂ, ਬੜੇ ਬੜੇ ਦੈਂਤਾਂ ਨਾਲ ਟਕਰਾ ਗਈ। ਹੁਣ ਇੱਥੇ ਇਸਤਰੀ ਤੋਂ ਭਾਵ ਸਾਡੀ ਬੁੱਧੀ ਵੀ ਹੈ, ਜੋ ਵਿਕਾਰ ਰੂਪੀ ਦੈਂਤਾਂ ਨਾਲ ਟਕਰਾ ਸਕਦੀ ਹੈ ਅਗਰ ਅਕਾਲ ਪੁਰਖ ਗਿਆਨ ਬਖਸ਼ੇ ਤੇ। ਕਾਮ, ਕ੍ਰੋਧ, ਲੋਭ, ਮੋਹ ਦੈਂਤ ਨੇ। ਦੂਸਰਾ ਪੱਖ ਪ੍ਰਤੱਖ ਸਥੂਲ ਸਰੀਰ। ਤੈਨੂੰ ਕੋਈ ਪੈਰਾਂ ਦੀ ਜੁੱਤੀ ਆਖੇ, ਗੁਲਾਮ ਆਖੇ, ਅਕਾਲ ਪੁਰਖ ਦਾ ਨਾਮ ਧਿਆ, ਐਸੀ ਬਰਕਤ ਦੇਵੇਗਾ ਕਿ ਦੁੱਲਾ ਦੇਵੀ ਦੀ ਨਿਆਈ ਤੂੰ ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਸਕਦਾ ਹੈ, ਬੜੀਆਂ ਬੜੀਆਂ ਮੁਸੀਬਤਾਂ ਨਾਲ ਟਕਰਾ ਸਕਦਾ ਹੈ, ਗੁਲਾਮੀ ਦੇ ਸੰਗਲ ਤੋੜ ਸਕਦਾ ਹੈ। ਸੋ ਕਹਿੰਦੇ ਦੁੱਲਾ ਦੇਈ ਦੀ ਨਿਆਈ ਰੱਖਿਆ ਬਾਬਤ ਅਕਾਲ ਪੁਰਖ ਅੱਗੇ ਬੇਨਤੀਆਂ ਕਰਿਆ ਕਰੋ, ਤੁਹਾਡੀ ਰੱਖਿਆ ਕਰੇਗਾ। ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਐ ਅਕਾਲ ਪੁਰਖ ਮੇਰੀ ਰੱਖਿਆ ਕਰ, ਰੋਗਾਂ ਤੋਂ, ਸੋਗਾਂ ਤੋਂ, ਵਿਕਾਰਾਂ ਤੋਂ, ਦੁਸ਼ਮਣਾਂ ਤੋਂ। ਤੇਰਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਹੈ, ਆਸਰਾ ਹੈ। ਤੇ ਫਿਰ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਜਦੋਂ ਰੱਖਿਆ ਲਈ ਬੇਨਤੀ ਕਰੀਏ ਤੇ ਫਿਰ ਕੀ ਹੁੰਦਾ ਹੈ? ਕਹਿੰਦੇ ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ। ਪਿੱਛੇ ਵੀ ਰੱਖਦਾ ਰਿਹਾ ਹੈ ਅਕਾਲ ਪੁਰਖ ਜੋ ਉਸ ਨੂੰ ਧਿਆਉਂਦੇ ਨੇ, ਅੱਜ ਵੀ ਪ੍ਰੈਜ਼ੈਂਟ ਵਿੱਚ ਵੀ ਰੱਖ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹ ਰੱਖਿਆ ਕਰੇਗਾ। ਸੋ ਉਹਨੂੰ ਧਿਆਇਆ ਕਰੋ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਧਿਆਉਣਾ ਕਿਵੇਂ ਹੈ? ਸਤਿਗੁਰ ਦੇ ਬਖਸ਼ੇ ਨਾਮ ਨੂੰ ਜਪਣਾ ਹੈ, ਅਕਾਲ ਪੁਰਖ ਨੂੰ ਯਾਦ ਕਰੋ, ਉਹ ਪ੍ਰਗਟ ਹੋਵੇਗਾ, ਉਹ ਰੱਖਿਆ ਕਰੇਗਾ। ਇੱਥੇ ਤੇ ਹੈ ਬਾਹਰੀ ਦੁਸ਼ਮਣਾਂ ਦੀ ਗੱਲ, ਕਿਉਂਕਿ ਗੁਲਾਮ ਸਨ ਲੋਕ, ਮੁਗਲ ਜ਼ੁਲਮ ਕਰਦੇ ਸਨ। ਗੁਲਾਮੀ ਦੇ ਇਹਨਾਂ ਬੰਧਨਾਂ ਤੋਂ ਨਿਜਾਤ ਲਈ ਤਲਵਾਰ ਚੁੱਕਣੀ ਹੈ। ਜੇ ਨਹੀਂ ਚੁੱਕਣ ਦੇ ਕਾਬਲ, ਅਕਾਲ ਪੁਰਖ ਅੱਗੇ ਬੇਨਤੀ ਕਰ, ਤੈਨੂੰ ਸ਼ਕਤੀ ਬਖਸ਼ੇ, ਤੂੰ ਦੁਸ਼ਮਣਾਂ ਨਾਲ ਟਕਰਾ ਜਾਵੇਂ ਤੇ ਮੁਕਤੀ ਪਾਵੇਂ। ਹੁਣ ਇਹ ਦੂਸਰਾ ਪੱਖ, ਜਿਹੜੇ ਅੰਦਰ ਦੁਸ਼ਮਣ ਨੇ, ਜਿਹੜੇ ਅੰਦਰ ਵਿਕਾਰ ਨੇ, ਜਿਨ੍ਹਾਂ ਨਾਲ ਮਨ ਯੁੱਧ ਲੜਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਚੌਪਈ ਸਾਹਿਬ 405 ਚਰਿੱਤਰਾਂ ਦੇ ਅਖੀਰ ਵਿੱਚ ਦਰਜ ਹੈ, ਜਿਸ ਰਚਨਾ ਨੂੰ ਚਰਿੱਤਰੋਪਾਖਿਆਨ ਕਹਿੰਦੇ ਨੇ। ਚਰਿੱਤਰ ਕੀ ਹੁੰਦਾ ਹੈ? ਆਚਾਰ, ਕਰੈਕਟਰ, ਹਾਲ, ਵਿਰਤਾਂਤ, ਬੰਦੇ ਦਾ ਆਚਰਣ। ਪਾਖਿਆਨ ਸੰਸਕ੍ਰਿਤ ਦਾ ਲਫ਼ਜ਼ ਹੈ ਉਪਾਖਿਆਨ। ਕਥਾ ਨੂੰ, ਕਹਾਣੀ ਨੂੰ ਕਹਿੰਦੇ ਨੇ, ਕਥਾ ਦੇ ਪ੍ਰਸੰਗ ਨੂੰ ਕਹਿੰਦੇ ਨੇ। ਕੋਈ ਸਮਝਾਉਣ ਲਈ ਜੋ ਕਹਾਣੀ ਸੁਣਾਈ ਜਾਂਦੀ ਹੈ, ਉਸ ਨੂੰ ਉਪਾਖਿਆਨ ਕਹਿ ਦਿੰਦੇ ਨੇ। ਹੁਣ ਇੱਕ ਦਸਮ ਗ੍ਰੰਥ ਦਾ ਭਾਗ ਹੈ ਜਿਸ ਨੂੰ ਚਰਿੱਤਰੋਪਾਖਿਆਨ ਕਹਿੰਦੇ ਹਾਂ। ਇਹ ਇਸਤਰੀ ਅਤੇ ਪੁਰਸ਼ ਦੀ ਕਾਮ ਵਾਸ਼ਨਾ ਬਾਬਤ ਚਾਨਣਾ ਪਾਉਂਦਾ ਹੈ। ਕਿਵੇਂ ਕਾਮ ਵਾਸ਼ਨਾ ਵਿੱਚ ਇਸਤਰੀ ਅਤੇ ਪੁਰਸ਼ ਅੰਨੇ ਹੋ ਕੇ ਛਲ ਕਪਟ ਭਰਿਆ ਜੀਵਨ ਬਤੀਤ ਕਰਦੇ ਨੇ। ਸੋ ਐਸੀਆਂ ਕਥਾ ਕਹਾਣੀਆਂ ਪ੍ਰਸੰਗ ਨੇ ਉੱਥੇ, ਚਰਿੱਤਰਵਾਨ ਅਤੇ ਚਰਿੱਤਰਹੀਣ ਦੋਵੇਂ ਪੱਖ ਨੇ ਇਸਤਰੀ ਅਤੇ ਪੁਰਸ਼ ਦੇ। ਤੇ ਕਿਵੇਂ ਕਾਮ ਵਾਸ਼ਨਾ ਦੀ ਨਦੀ ਵਿੱਚ ਚਰਿੱਤਰਹੀਨ ਮਰਦ ਅਤੇ ਔਰਤਾਂ ਵਹਿ ਜਾਂਦੇ ਨੇ, ਜੀਵਨ ਉਹਨਾਂ ਦਾ ਗਰਕ ਹੁੰਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਦਾ ਹੈ। ਕੁਝ ਐਸਾ ਜ਼ਿਕਰ ਹੈ ਉਹਨਾਂ ਕਹਾਣੀਆਂ ਦੇ ਵਿੱਚ, ਜਿੱਥੇ ਅਖੀਰ ਤੇ ਚੌਪਈ ਸਾਹਿਬ ਰੱਖੀ ਹੈ ਵੀ ਵਿਕਾਰਾਂ ਤੋਂ ਰੱਖਿਆ ਹੋ ਸਕੇ, ਚੌਪਈ ਪੜ੍ਹਿਆ ਕਰ, ਬੇਨਤੀ ਕਰਿਆ ਕਰ। ਇਹਨਾਂ ਕਹਾਣੀਆਂ ਦੇ ਵਿੱਚ ਕਈ ਐਸੇ ਕਿੱਸੇ ਨੇ ਜਿੱਥੇ ਇਸਤਰੀ ਦੀ ਪਤੀ ਭਗਤੀ, ਪ੍ਰੇਮਾ ਭਗਤੀ, ਕੁਰਬਾਨੀ, ਸੂਰਬੀਰਤਾ,
ਬਹਾਦਰੀ ਨੂੰ ਵੀ ਚਿੱਤਰਿਆ ਗਿਆ ਹੈ, ਦਰਸਾਇਆ ਗਿਆ ਹੈ। ਸੋ ਜਿੱਥੇ ਇੱਕ ਸੁਹਾਗਵੰਤੀ ਦਾ ਜ਼ਿਕਰ ਹੈ, ਉੱਥੇ ਵੇਸਵਾ ਦਾ ਵੀ ਜ਼ਿਕਰ ਹੈ। ਜਿਹੜੇ ਕਹਿ ਦਿੰਦੇ ਨਾ ਜੀ ਚਰਿੱਤਰਾਂ ਦੇ ਵਿੱਚ ਇਸਤਰੀ ਨੂੰ ਬੁਰਾ ਕਿਹਾ, ਨਹੀਂ, ਵੇਸਵਾ ਨੂੰ ਵੇਸਵਾ ਕਿਹਾ, ਸੁਚੱਜੀ ਨੂੰ ਸੁਚੱਜੀ ਕਿਹਾ, ਕੁਚੱਜੀ ਨੂੰ ਕੁਚੱਜੀ ਕਿਹਾ ਹੈ। ਹੁਣ ਇੱਕ ਕੋਠੇ ਤੇ ਬੈਠੀ ਵੇਸਵਾ ਦੇ ਨਾਲ ਮਾਤਾ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ, ਜਿਹੜੀ ਪਤੀਵਰਤਾ ਘਰ ਵਿੱਚ ਬੈਠੀ ਹੈ। ਵੇਸਵਾ ਨੂੰ ਵੇਸਵਾ ਹੀ ਕਿਹਾ ਜਾਵੇਗਾ। ਪਤੀਵਰਤਾ ਔਰਤ ਨੂੰ, ਸੁਹਾਗਣ ਨੂੰ, ਜੋ ਉੱਚੇ ਆਚਰਣ ਵਾਲੀ ਹੈ, ਸ਼ੁੱਧ ਕਰੈਕਟਰ ਵਾਲੀ ਹੈ, ਉਹਦਾ ਅਦਬ ਹੀ ਹੋਵੇਗਾ। ਕਿਸੇ ਕਾਮੀ ਮਨੁੱਖ ਨੂੰ ਬੁਰਾ ਹੀ ਕਿਹਾ ਜਾਵੇਗਾ। ਤੇ ਜਿਹੜਾ ਜਤ ਸਤ ਵਿੱਚ ਪਰਪੱਕ ਮਰਦ ਹੈ, ਉਹਦਾ ਅਦਬ ਹੀ ਹੋਵੇਗਾ, ਸਤਿਕਾਰ ਹੀ ਹੋਵੇਗਾ। ਉੱਥੇ ਸੋ ਦੋ ਪੱਖ ਦੇ ਚਰਿੱਤਰ ਨੇ, ਇਸਤਰੀਆਂ ਤੇ ਮਰਦਾਂ ਦੇ। ਕੁਝ ਚਰਿੱਤਰਵਾਨ ਲੋਕ ਹੋਏ ਨੇ ਜਿਨ੍ਹਾਂ ਦੀ ਵਡਿਆਈ ਹੈ, ਕੁਝ ਚਰਿੱਤਰਹੀਣ ਹੋਏ ਨੇ ਜੋ ਗਰਕ ਗਏ। ਉਹਦੀ ਇੱਕ ਭੂਮਿਕਾ ਹੈ। ਇਹ ਚਰਿੱਤਰ ਕਿਉਂ ਉਚਾਰੇ ਜਾ ਰਹੇ ਨੇ? ਮਹਾਰਾਜ ਕਹਿੰਦੇ ਨੇ ਵੀ ਇੱਕ ਰਾਜਾ ਚਿੱਤਰ ਸਿੰਘ ਹੈ। ਉਹ ਇੱਕ ਅਪਸਰਾ ਦੇ ਰੂਪ ਤੇ ਮੋਹਿਤ ਹੁੰਦਾ ਹੈ। ਉਹਦਾ ਸੁੰਦਰ ਰੂਪ ਵੇਖ ਕੇ ਅਪਸਰਾ ਮੋਹਿਤ ਹੁੰਦੀ ਹੈ। ਵਿਆਹ ਹੁੰਦਾ ਹੈ, ਇੱਕ ਬੱਚਾ ਪੈਦਾ ਹੁੰਦਾ ਹੈ ਜਿਹਦਾ ਨਾਂ ਹਨੂੰਵੰਤ ਸਿੰਘ ਹੈ। ਬੜਾ ਸੁੰਦਰ ਹੈ ਉਹ। ਹੁਣ ਰਾਜਿਆਂ ਦਾ ਸੁਭਾਅ ਹੈ, ਇੱਕ ਇਸਤਰੀ ਦੇ ਪੱਖ ਵਿੱਚ ਉਹ ਜਤ ਸਤ ਕਾਇਮ ਨਹੀਂ ਰੱਖਦੇ, ਕਈ ਵਿਆਹ ਕਰ ਲੈਂਦੇ ਨੇ। ਉਹ ਰਾਜੇ ਨੇ ਨਵਾਂ ਵਿਆਹ ਕਰਾਇਆ, ਰਾਣੀ ਚਿੱਤਰਮਤੀ ਵਿਆਹ ਕੇ ਲਿਆਇਆ। ਰਾਜਾ ਬਜ਼ੁਰਗ ਸੀ। ਰਾਜੇ ਦੇ ਲਖਤੇ ਜਿਗਰ ਹਨੂੰਵੰਤ ਸਿੰਘ ਤੇ ਉਹਦਾ ਮਨ ਆ ਗਿਆ। ਉਹ ਹਨੂੰਵੰਤ ਸਿੰਘ ਨੂੰ ਚਿੱਤਰਮਤੀ ਕਹਿੰਦੀ ਮੇਰਾ ਸੰਗ ਕਰ। ਉਹ ਕਹਿੰਦਾ ਨਹੀਂ, ਤੂੰ ਧਰਮ ਦੀ ਮਾਤਾ ਹੈ, ਚਾਹੇ ਤੂੰ ਮਤਰੇਈ ਹੈ, ਤੂੰ ਮੇਰੇ ਧਰਮ ਦੀ ਮਾਤਾ ਹੈ, ਮੈਂ ਇਹ ਗੁਨਾਹ ਨਹੀਂ ਕਰ ਸਕਦਾ। ਗੁੱਸਾ ਖਾ ਕੇ ਉਹ ਆਪਣੇ ਸਿਰ ਦੇ ਸਾਈਂ ਨੂੰ, ਰਾਜਾ ਚਿੱਤਰ ਸਿੰਘ ਨੂੰ ਸ਼ਿਕਾਇਤ ਕਰਦੀ ਹੈ ਵੀ ਤੇਰਾ ਬੱਚਾ ਮੇਰੀ ਪੱਤ ਲੁੱਟਣ ਪਿਆ ਹੈ। ਉਹ ਗੁੱਸੇ ਵਿੱਚ ਆ ਕੇ ਮੌਤ ਦਾ ਫੁਰਮਾਨ ਜਾਰੀ ਕਰਦਾ ਹੈ। ਹੁਣ ਮੌਤ ਦੇ ਘਾਟ ਉਤਾਰਨ ਲੱਗਦੇ ਨੇ ਹਨੂੰਵੰਤ ਸਿੰਘ ਨੂੰ, ਤੇ ਰਾਜੇ ਦਾ ਵਜ਼ੀਰ ਫਿਰ ਉੱਥੇ ਰਾਜੇ ਨੂੰ ਸਮਝਾਉਂਦਾ ਹੈ ਵੀ ਰਾਜਾ, ਕ੍ਰੋਧ ਵਿੱਚ ਅੰਧਾ ਨਾ ਹੋ, ਇਸਤਰੀ ਦੇ ਕਾਮ ਵਿੱਚ ਅੰਧਾ ਨਾ ਹੋ। ਇਹ ਇਸਤਰੀਆਂ ਮਰਦਾਂ ਦੇ ਕੁਝ ਐਸੇ ਚਰਿੱਤਰ ਨੇ, ਕਾਮ ਵਾਸ਼ਨਾ ਵਿੱਚ ਬੰਦਾ ਕਈ ਗਲਤ ਕਦਮ ਚੁੱਕ ਬੈਠਦਾ ਹੈ, ਅਨਰਥ ਕਰ ਬੈਠਦਾ ਹੈ। ਤੈਨੂੰ ਮੈਂ ਕਪਟ ਭਰੇ ਜੀਵਨ ਦੇ ਕੁਝ ਚਰਿੱਤਰ ਸੁਣਾਉਂਦਾ ਹਾਂ, ਕੁਝ ਚੰਗੇ ਵਾਕ ਤੇਰੇ ਨਾਲ ਸਾਂਝੇ ਕਰਦਾ ਹਾਂ, ਕੁਝ ਚਰਿੱਤਰਵਾਨ ਲੋਕਾਂ ਦੀਆਂ ਬਾਤਾਂ ਪਾਉਂਦਾ ਹਾਂ, ਕੁਝ ਚਰਿੱਤਰਹੀਣ ਲੋਕਾਂ ਦੀਆਂ ਬਾਤਾਂ ਪਾਉਂਦਾ ਹਾਂ। ਸੋ ਇਹ ਕਹਾਣੀਆਂ ਸੁਣਾ ਕੇ ਉਹ ਯਤਨ ਕਰਦਾ ਹੈ ਵੀ ਰਾਜਕੁਮਾਰ ਦੀ ਜਾਨ ਬਚ ਜਾਵੇ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਲਿਖਦੇ ਨੇ ਮੰਤਰੀ ਭੂਪ ਸੰਵਾਦ। ਆਪ ਥਰਡ ਪਰਸਨ ਨੇ ਲਿਖਣ ਵਾਲੇ, ਤੇ ਮੰਤਰੀ ਆਪਣੇ ਭੂਪਤ ਨੂੰ ਕੁਝ ਗੱਲਾਂ ਕਹਿੰਦਾ ਹੈ ਵੀ ਕਾਮ ਕਿਸ ਤਰ੍ਹਾਂ ਵਾਰ ਕਰਦਾ ਹੈ, ਵਾਸ਼ਨਾ ਕਿਸ ਤਰ੍ਹਾਂ ਵਾਰ ਕਰਦੀ ਹੈ, ਬਚਣਾ ਕਿਸ ਤਰ੍ਹਾਂ ਹੈ। ਹੁਣ ਤੁਸੀਂ ਆਖੋਗੇ ਇਹ ਮੰਤਰੀ ਤੇ ਭੂਪ ਦੀਆਂ ਬਾਤਾਂ ਨੇ, ਅਸੀਂ ਕਿਉਂ ਪੜ੍ਹੀਏ, ਸਾਨੂੰ ਇਹਦੇ ਤੋਂ ਕੀ ਸਿੱਖਿਆ ਮਿਲਦੀ ਹੈ? ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਇਹ ਲਿਖਿਆ ਹੈ? ਕਿਉਂ ਅਖੀਰ ਤੇ ਚਰਿੱਤਰਾਂ ਦੇ ਚੌਪਈ ਸਾਹਿਬ ਰੱਖੀ ਹੈ? ਧਿਆਨ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਪਰਮੇਸ਼ਰ ਤੇਰੇ ਮਾਤਾ ਪਿਤਾ ਨੇ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਗੁਰੂ ਸਾਡੇ ਮਾਤਾ ਪਿਤਾ ਨੇ। ਜੀਵਨ ਜਾਚ ਦੱਸਦੇ ਨੇ, ਜੀਵਨ ਬਤੀਤ ਕਿਵੇਂ ਕਰਨਾ ਹੈ, ਕਿਹੜੇ ਕਦਮ ਗਲਤ ਨੇ ਜੋ ਨਹੀਂ ਪੁੱਟਣੇ, ਕਿਹੜੇ ਸਹੀ ਨੇ ਜੋ ਪੁੱਟਣੇ ਨੇ, ਅਕਾਲ ਪੁਰਖ ਤੱਕ ਪਹੁੰਚ ਕੇ ਜੀਵਨ ਕਿਵੇਂ ਸਫਲਾ ਕਰਨਾ ਹੈ, ਗੁਰੂ ਦੱਸਦਾ ਹੈ। ਹੁਣ ਹੁੰਦਾ ਕੀ ਹੈ, ਮਾਤਾ ਪਿਤਾ ਵਾਂਗ ਪ੍ਰਤਪਾਲਣਾ ਕਰਦਾ ਹੈ ਗੁਰੂ, ਫਿਰ ਅਸੀਂ ਕਈ ਵਾਰ ਗਲਤ ਤੁਰ ਪੈਂਦੇ ਹਾਂ, ਕਦਮ ਗਲਤ ਪੁੱਟਦੇ ਹਾਂ। ਸਾਨੂੰ ਟੋਕਦਾ ਵੀ ਹੈ ਬਾਣੀ ਰਾਹੀਂ, ਸਮਝਾਉਂਦਾ ਵੀ ਹੈ ਸਿੱਧੇ ਰਸਤੇ ਚੱਲੋ। ਹਮ ਬਾਰਕ ਮੁਗਧ ਅਯਾਨ ਪਿਤਾ ਸਮਝਾਵਹਿਗੇ। ਅਸੀਂ ਅਯਾਨ ਬਾਲਕਾਂ, ਭੁੱਲਣਹਾਰ ਬਾਲਕਾਂ। ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਗੇ। ਹਰ ਪਲ ਅਸੀਂ ਗਲਤੀਆਂ ਕਰਦੇ ਤੇ ਪਿਤਾ ਗਲੇ ਨਾਲ ਲਾ ਕੇ ਸਾਨੂੰ ਸਮਝਾਉਂਦਾ ਏ। ਜਿਵੇਂ ਮਾਤਾ ਪਿਤਾ ਜ਼ਿੰਦਗੀ ਦੇ ਵਿੱਚ ਬਚੜੇ ਨੂੰ ਕਾਮਯਾਬ ਕਰਨ ਦੇ ਲਈ
शुभ सिक्ख्या दिंदे ने। इसे तरह गुरु पातशाह सानू समझाउंदे ने। देखो, खतरियां तो सुचेत करना माँ बाप दा ये फर्ज हुंदा है। इस मोड़ ते ये खतरा है, उस मोड़ ते वो खतरा है, मापे समझाउंदे ने। जिंदगी दे विच सब तो वड्डा खतरा इंसान नू माया दा है। माया दा भाव की हुंदा है? वो वस्तु जिहदे कारण तेरे अते परमात्मा दे दरम्यान दरार पैदा हो जावे। यह माया जित हर विसरै, मोह उपजै भाव दूजा लाया। हुण परमात्मा ने परिवार दिता, इस्त्री दिती, बच्चे दिते, पैसा दिता, जीवन बतीत करें, सुखाला जीवन लंघे। तू की कीता? जिस परमात्मा ने घर वाली दिती सी ना, घर वाली को तो घंटियां बधी बैठा रहा, घर वाली घर वाले को बैठी रही। जिस परमात्मा ने ये दात दिती उन्होंने याद ही ना किया, एहसान फरामोश निकलिया। हड्ड चलदे दिते, कदम चल सकते ने, अखां वेख सकदियां ने। जे लंगे लूले बना दिंदा तुसीं उहदा फिर भी कुछ नहीं सी विगाड़ सकते। तुसीं कदे शुक्रिया अदा नहीं किया। शरीर सुंदर दिता, इनू ही सवारदे रहे, बाणी पढ़ी नहीं, मन सवारिया ना। ये शरीर माया का रूप हो गया। घर वाली घर वाला एक दूजे नूं समा दिंदे ने, परमात्मा की याद ना आई, उस कारण समझ लो घर वाला घर वाली माया का रूप हो गए। बच्चे पैदा होए, बड़ा प्रेम करता है बच्चों नूं, करना चाहिए है। पर जिस परमात्मा ने दात दिती, गुज्जी शनी नाही बात, गुरु नानक तुठा कीनी दात, उस अकाल पुरख नूं भुल गए, बच्चों के ते विच पै गए। तो फिर वैराग बड़ा करते हैं बुढ़े बारे, जदों बच्चे सानू भुल के घरों कढ़ दिंदे ने ना, फिर सोचते हैं भी तो कुछ भी साडा नहीं सी। हुण पैसा बड़ा आ गया, जदों नहीं सी रब दे दर ते रोंदा सी, याद करदा सी, पैसा बड़ा आ गया। हुण पैसिਆਂ विच इन्ना मगन होया, परमात्मा भुल गया। ये माया पैसिਆਂ दे राही हिरदे च वास कर गई। सो तुहाडे ते खुदा दे दरम्यान जिहड़ी भी कंध है उसनूं माया कहा है। जे परिवार दे माया दे बच्चों दे हुंदियां भी अकाल पुरख ना भुले, तो फिर परिवार पैसा ये डबाउण वाली माया का रूप नहीं ने। ते जे परिवार पैसा ये सब कुछ तुहाडे ते रब दे दरम्यान एक दीवार बनता है, तो समझ लो ये सारे माया का रूप ने। सो दुनिया विच माया दे हल्ले तो बचना, हमले तो बचना, किस तरह दे नाल माया हमले करती है, ये बाबत अपने लखते जिगर बच्चों नूं गुरु सुचेत करते ने। काम क्रोध लोभ मोह हंकार दे हमले तो बचना है। मोह माया विच लग के परमात्मा की याद भुलेगी। जो परमात्मा नूं भुलदा है, परमात्मा फिर उस तो दूरी कर लैंदा है। फिर 84 लख जून का गेड़ पैंदा है। निरंकार तो दूरी संसार दे नेड़े लियाउंदी है। फिर संसार विच ही रहना पैंदा है। कई जूना ने, कई जन्म भये कीट पतंगा, कई जन्म गा जमीन कुरंगा, लख 84 जौन परमाया। हुण रब नूं याद करांगे तो रब दे नेड़े जावांगे, पर असीं याद नहीं करते। हुण बाणी समझाउंदी है, गुरु ग्रंथ साहिब दे बोल ने, बिखै बाच हर राच समझ मन बौरा रे, निरभै होए ना हर भजे, मन बौरा रे गहिओ ना राम जहाज। विखियां नूं विकारां नूं वाचना कर, किवें काम क्रोध लोभ मोह हंकार तैनूं गुलाम बना रहे ने। फूक फूक के कहिंदे कदम रख, मोह माया तो बच। महाराज कहिंदे ने, जे मोह माया विच माया दे हथ आ गया, परमात्मा दे नाम दा जहाज छुट जाना है। पदार्थां दा मोह पैदा हो गया, संसार दा मोह पैदा हो गया, माया दा गुलाम हो गया, निरंकार विसर गया। कहंदे फिर 84 लख जून पवेगी। इस दुनिया ते ही भटक भटक के आउणा पवेगा, रहना पवेगा, जम्मण मरण दे सहत होना पवेगा। सो माता पिता समझाउंदे ने हर पक्ष तो। कई कह दिंदे ने ठीक है चलो काम बारे समझाउणा सी, पर कुछ शब्द बड़े अश्लील वरते ने चरित्रां दे विच। पहली गल मैं तुहानूं ये समझा देवां, अश्लीलता बंदे दे अंदर हुंदी है, शब्दां विच नहीं। हुण एक मां बच्चे नूं दुध पिआउंदी है छाती नाल ला के, जिहदा मन साफ है वह वेखेगा, और वह इस बच्चे ते मां दे
ਪ੍ਰੇਮ ਨੂੰ ਵੇਖ ਕੇ ਨਾ ਆਨੰਦਿਤ ਹੋਵੇਗਾ ਵੀ ਕੈਸਾ ਮੋਹ ਦਾ ਰਿਸ਼ਤਾ ਹੈ। ਕਿਸ ਤਰ੍ਹਾਂ ਮਾਂ ਬੱਚੇ ਦੀ ਪਰਵਰਿਸ਼ ਕਰਦੀ ਹੈ, ਆਪਣੇ ਲਹੂ ਨੂੰ ਦੁੱਧ ਬਣਾ ਕੇ ਬੱਚੇ ਨੂੰ ਪਿਆਉਂਦੀ ਹੈ। ਤੇ ਵਿਕਾਰੀ ਬੰਦਾ ਇੱਥੇ ਵੀ ਕਾਮ ਵਾਸ਼ਨਾ ਪੈਦਾ ਕਰੇਗਾ, ਮੈਲੀ ਨਿਗਾਹ ਨਾਲ ਵੇਖੇਗਾ। ਹੁਣ ਇੱਕ ਡਾਕਟਰ ਹੈ, ਇਸਤਰੀ ਨੂੰ ਵੇਖਦਾ ਹੈ, ਬੱਚੇ ਦਾ ਜਨਮ ਹੋਣਾ ਹੈ, ਸਾਰੀ ਉਹ ਜਨਮ ਲੈਣ ਦੀ ਕਿਰਿਆ ਨੂੰ ਹੱਥੀਂ ਅੰਜਾਮ ਦੇ ਰਿਹਾ ਹੈ ਡਾਕਟਰ। ਇਸਤਰੀ ਦੇ ਗੁਪਤ ਅੰਗ ਵੀ ਉਸਨੇ ਵੇਖ ਲਏ। ਹੁਣ ਲੋਕ ਇਸ ਗੱਲ ਨੂੰ ਸਮਝਦੇ ਨੇ ਵੀ ਡਾਕਟਰ ਦੀ ਇਹ ਡਿਊਟੀ ਹੈ, ਉਹਦੇ ਲਈ ਇੱਕ ਮਾਸ ਦਾ ਲੋਥੜਾ ਹੀ ਹੈ। ਤੇ ਵਿਕਾਰੀ ਬੰਦਾ ਰੌਲਾ ਪਾਵੇਗਾ ਜੀ ਇਹ ਗਲਤ ਹੈ, ਗੈਰ ਇਸਤਰੀ ਦੇ ਗੁਪਤ ਅੰਗਾਂ ਨੂੰ ਵੇਖਿਆ ਹੈ, ਡਾਕਟਰ ਨੇ ਗੁਨਾਹ ਕੀਤਾ ਹੈ। ਇਹ ਗੱਲ ਦਾ ਖਿਆਲ ਰੱਖੀ, ਡਾਕਟਰ ਦੇ ਜ਼ਿਹਨ 'ਚ ਮੈਲ ਨਹੀਂ ਸੀ, ਮੈਲ ਤੇਰੇ ਜ਼ਿਹਨ ਦੇ ਵਿੱਚ ਸੀ। ਲਫ਼ਜ਼ ਅਸ਼ਲੀਲ ਨਹੀਂ ਹੁੰਦੇ। ਜੇ ਇੰਨਾ ਹੀ ਅਸ਼ਲੀਲ ਹੈ ਇਹ ਕਾਮ ਦਾ ਵਿਸ਼ਾ, ਤੇ ਮੈਂ ਤੈਨੂੰ ਇਹ ਦੱਸ ਦੇਵਾਂ, ਇਸੇ ਮੂਤਰ ਧਾਮ ਤੋਂ ਤੇਰਾ ਆਗਾਜ਼ ਹੋਇਆ ਹੈ, ਤੇਰਾ ਜਨਮ ਹੋਇਆ ਹੈ। ਜੇ ਵਿਸ਼ਾ ਕਾਮ ਦਾ ਇਤਨਾ ਮੈਲਾ ਹੈ ਤੇ ਤੂੰ ਦੁਨੀਆ ਤੇ ਕੀ ਕਰਦਾ ਹੈ? ਜਾ ਕਿਤੇ ਡੁੱਬ ਮਰ ਭਾਈ, ਇੱਥੋਂ ਹੀ ਤੇ ਪੈਦਾ ਹੋਇਆ ਤੂੰ, ਇੱਥੋਂ ਹੀ ਤੇ ਸਾਧੂ ਸੰਤ ਪੈਦਾ ਹੋਏ ਨੇ, ਕੋਈ ਹੋਰ ਰਸਤਾ ਤੇ ਹੈ ਨਹੀਂ। ਸੋ ਇਸ ਗੱਲ ਦਾ ਖਿਆਲ ਰੱਖਿਓ, ਦੁਨੀਆ ਦੇ ਪੈਦਾ ਹੋਣ ਦਾ ਰਸਤਾ ਹੀ ਮਾਂ ਦਾ ਗਰਭ ਹੈ, ਇੱਥੋਂ ਹੀ ਦੁਨੀਆ ਦਾ ਆਗਾਜ਼ ਹੁੰਦਾ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸੋ ਲਫ਼ਜ਼ ਉੱਥੇ ਵਰਤੇ ਜਿਨ੍ਹਾਂ ਤੇ ਕਿੰਤੂ ਪਰੰਤੂ ਕੀਤਾ ਜਾਂਦਾ ਹੈ। ਭਾਗ ਲਫ਼ਜ਼ ਹੈ, ਜਿੱਥੋਂ ਦੁਨੀਆ ਦਾ ਆਗਾਜ਼ ਹੁੰਦਾ ਹੈ, ਜਨਮ ਹੁੰਦਾ ਬੱਚੇ ਦਾ, ਜਿਹਨੂੰ ਜੋਨੀ ਵੀ ਕਹਿੰਦੇ ਹੋ। ਤੇ ਮਰਦ ਦਾ ਗੁਪਤ ਅੰਗ ਹੈ ਲਿੰਗ। ਦੇਖੋ ਮੈਂ ਸਿੱਧੀ ਗੱਲ ਸਮਝਾ ਦੇਵਾਂ, ਜਿਵੇਂ ਮਾਈ ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਗੁਰੂ ਹਰ ਵਿਸ਼ੇ ਤੋਂ ਸਾਨੂੰ ਸਮਝਾਉਂਦਾ ਹੈ। ਹੁਣ ਹੁੰਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਵੀ ਇਹ ਲਫ਼ਜ਼ ਵਰਤੇ ਗਏ ਨੇ ਜੋ ਚਰਿਤਰਾਂ ਦੇ ਵਿੱਚ ਨੇ। ਇਹਨਾਂ ਤੋਂ ਬਚਣਾ ਔਖਾ ਹੈ, ਤਾਂ ਮਹਾਰਾਜ ਨੇ ਕਿਹਾ ਰੱਖਿਆ ਲਈ ਬੇਨਤੀ ਕਰੋ, ਵਿਕਾਰ ਕਿਤੇ ਤੈਨੂੰ ਢਾਹ ਨਾ ਲੈਣ। ਕੀ ਕਹਿਣਾ ਹੈ? ਹਮਰੀ ਕਰੋ ਹਾਹ ਦੇ ਰਸ਼ਾ। ਬਾਣੀ 'ਚ ਇੱਕ ਫਰਮਾਨ ਆਉਂਦਾ ਹੈ, ਅਵਰ ਮਰਤ ਮਾਇਆ ਮਨ ਤੋਲੈ ਤਉ ਭਗਮੁਖ ਜਨਮ ਵਿਗੋਇਆ। ਕਹਿੰਦੇ ਆ ਇਨਸਾਨ, ਤੂੰ ਗੈਰ ਇਸਤਰੀ ਦੇ ਮੋਹ ਵਿੱਚ ਜੀਵਨ ਬਤੀਤ ਕਰ ਲਿਆ। ਚਾਹੀਦਾ ਪਰਮਾਤਮਾ ਦਾ ਮੋਹ ਸੀ, ਗੀਤ ਪਰਮਾਤਮਾ ਦੇ ਤੈਨੂੰ ਗਾਉਣੇ ਚਾਹੀਦੇ ਸਨ, ਪਰ ਤੂੰ ਇਸਤਰੀ ਦੇ ਮੋਹ ਵਿੱਚ, ਇਸਤਰੀ ਦੇ ਪਿਆਰ ਦੇ ਵਿੱਚ, ਇਸਤਰੀ ਦੇ ਗੁਪਤ ਅੰਗਾਂ ਨੂੰ ਯਾਦ ਕਰ ਕਰਕੇ ਆਪਣਾ ਜੀਵਨ ਵਿਅਰਥ ਗਵਾ ਲਿਆ। ਪਕੜ ਚਾਹੀਦੀ ਸੀ ਇੱਥੇ ਪਰਮਾਤਮਾ ਦੇ ਨਾਮ ਦੀ। ਤੂੰ ਵਿਕਾਰੀ ਬੰਦੇ ਕਾਮ ਵਾਸ਼ਨਾ ਵਿੱਚ ਜੀਵਨ ਆਪਣਾ ਖਰਾਬ ਕਰ ਲਿਆ, ਜਨਮ ਨੂੰ ਵਿਅਰਥ ਗਵਾ ਲਿਆ। ਕਾਮੀ ਬੰਦੇ ਦਾ ਕਹਿੰਦੇ ਜੀਵਨ ਵਿਅਰਥ ਹੁੰਦਾ ਹੈ। ਜਿਵੇਂ ਇੱਕ ਵਿਕਾਰੀ ਬੰਦਾ ਇਸਤਰੀ ਦੇ ਮੂਤਰ ਧਾਮ ਬਾਬਤ ਸੋਚ ਸੋਚ ਕੇ ਆਪਣਾ ਜੀਵਨ ਗਵਾ ਬੈਠਦਾ ਹੈ, ਇੱਦਾਂ ਹੀ ਇਸਤਰੀ ਗੈਰ ਮਰਦ ਬਾਰੇ ਸੋਚ ਸੋਚ ਕੇ ਕਾਮੀ ਹੋਈ ਜੀਵਨ ਵਿਅਰਥ ਗਵਾ ਲੈਂਦੀ ਹੈ। ਕਹਿੰਦੇ ਸੋਚਣਾ ਹੈ, ਸਿਮਰਨਾ ਹੈ, ਤੇ ਅਕਾਲ ਪੁਰਖ ਨੂੰ ਸਿਮਰ, ਤੇਰਾ ਜੀਵਨ ਸਫਲਾ ਹੋਵੇ। ਇਹ 'ਚ ਕੋਈ ਦੋ ਰਾਏ ਨਹੀਂ, ਦੁਨੀਆ 'ਚ ਇਹੀ ਕੁਝ ਚੱਲਦਾ ਹੈ। ਲੱਖ ਤੁਸੀਂ ਕਾਮ ਵਾਸ਼ਨਾ ਨੂੰ ਛਪਾਓ, ਗੁਰੂ ਨਹੀਂ ਕੋਈ ਪਰਦਾ ਰੱਖਦਾ। ਹੋਵੈ ਲਿੰਗ ਝਿੰਗ ਨਾ ਹੋਵੈ ਐਸੀ ਕਹੀਐ ਸੂਰਤ। ਹੁਣ ਲਿੰਗ ਦਾ ਜ਼ਿਕਰ ਵੀ ਬਾਣੀ ਚਾਹੁੰਦਾ ਹੈ। ਹੁਣ ਧਿਆਨ ਦਿਓ ਇਸ ਗੱਲ ਵੱਲ। ਇੱਕ ਜਗ੍ਹਾ ਗੁਰੂ ਸਾਹਿਬ ਇੱਥੋਂ ਤੱਕ ਕਹਿ ਦਿੰਦੇ, ਕੀ ਹੋਇਆ ਤੂੰ ਲੱਖਾਂ ਇਸਤਰੀਆਂ ਨਾਲ ਭੋਗ ਕੀਤਾ, ਆਪਣੀ ਇਸਤਰੀ ਨੂੰ ਛੱਡ ਕੇ ਗੈਰਾਂ ਨਾਲ ਤੂੰ ਸੰਬੰਧ ਬਣਾਏ, ਪਰ ਯਾਦ ਰੱਖੀ ਹੁਣ ਤੈਨੂੰ ਮੂਤਰ ਧਾਮ ਨਾਲ, ਭਗ ਦੇ ਨਾਲ ਪ੍ਰੇਮ ਹੈ, ਗੈਰ ਇਸਤਰੀ ਨਾਲ ਪ੍ਰੇਮ ਹੈ। ਵਾਰ-ਵਾਰ ਇਸੇ ਗਰਭ ਚਾਹਵੇਂਗਾ ਜਿਹਦੇ ਨਾਲ ਤੈਨੂੰ ਪ੍ਰੇਮ ਹੈ। ਨਿਰੰਕਾਰ ਨਾਲ ਪ੍ਰੇਮ ਕਰਦਾ ਤੇ ਮੁਕਤ ਹੋ ਜਾਂਦਾ। ਕਾਮ ਵਾਸ਼ਨਾ ਦੇ ਵਿੱਚ ਲੱਗਿਆ ਰਿਹਾ, ਮਹਾਰਾਜ ਕਹਿੰਦੇ ਤਾਂ ਵਾਰ-ਵਾਰ ਗਰਭ ਦੇ ਵਿੱਚ ਆਉਣਾ ਹੈ। ਜੇ ਲੱਖ ਇਸਤਰੀਆਂ ਭੋਗ ਕਰ ਹੈ, ਨਵਖੰਡ ਰਾਜ ਕਮਾਵੈ ਹੈ, ਬਿਨ ਸਤਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਜੋਨੀ 'ਚ ਕਿਉਂ ਆਇਆ? ਕਿਉਂਕਿ ਜੋਨੀ ਦਾ ਹੀ ਇਸ ਨੂੰ ਮੋਹ ਸੀ, ਗੈਰ ਇਸਤਰੀਆਂ ਦਾ ਮੋਹ ਸੀ, ਇਸਤਰੀ ਨੂੰ ਗੈਰ ਮਰਦਾਂ ਦਾ ਮੋਹ ਸੀ, ਤਾਂ ਵਾਰ-ਵਾਰ ਗਰਭ ਵਿੱਚ ਆਉਣਾ ਪਿਆ। ਹੁਣ ਇਹੀ ਅਲਫਾਜ਼ ਚਰਿਤਰਾਂ ਦੇ ਵਿੱਚ
ਵਰਤੇ ਨੇ ਭਾਈ ਜੀ। ਲਫ਼ਜ਼ ਅਸ਼ਲੀਲ ਨਹੀਂ ਹੁੰਦੇ, ਸੋਚ ਅਸ਼ਲੀਲ ਹੁੰਦੀ ਆ। ਮੈਂ ਇੱਕ ਉਦਾਹਰਣ ਦੇਵਾਂ। ਅੱਜ ਕੱਲ੍ਹ ਅਖਬਾਰਾਂ ਪੜ੍ਹੋ ਤੁਸੀਂ, ਉੱਥੇ ਕਈ ਵਾਰ ਨਾ ਕੁਝ ਇੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਵੀ ਕਾਮ ਵਾਸ਼ਨਾ ਵਿੱਚ ਗਲਤਾਨ ਹੋਏ ਇੱਕ ਨਸ਼ੇੜੀ ਬਾਪ ਨੇ ਧੀ ਦੀ ਪੱਤ ਲੁੱਟ ਲਈ। ਆਉਂਦੀਆਂ ਨਾ ਖਬਰਾਂ। ਇੱਕ ਨਸ਼ੇੜੀ ਪੁੱਤਰ ਨੇ ਮਾਂ ਦੀ ਪੱਤ ਲੁੱਟ ਲਈ, ਭਾਈ ਨੇ ਭੈਣ ਦੀ ਪੱਤ ਲੁੱਟ ਲਈ, ਮਿਤਰੇਈ ਮਾਂ ਬੱਚੇ ਦੀ ਪੱਤ ਲੁੱਟ ਗਈ। ਆਉਂਦਾ ਹੈ ਨਾ ਇਸਤਰੀ ਮਰਦ ਬਾਬਤ, ਰੋਜ਼ ਪੜ੍ਹਦੇ ਹੋ। ਲੁਕਾ ਲਓ ਲੱਖ, ਇਹਨਾਂ ਵਿਕਾਰਾਂ ਨੂੰ ਇਹ ਪ੍ਰਗਟ ਹੁੰਦੇ ਨੇ। ਹੁਣ ਇੱਕ ਖਬਰ ਆ ਗਈ। ਹੁਣ ਐਸੀਆਂ ਖਬਰਾਂ ਤੁਸੀਂ ਰੋਜ਼ ਪੜ੍ਹੀਆਂ, ਤੇ ਖਬਰਾਂ ਪੜ੍ਹਨ ਦਾ ਮਤਲਬ ਇਹ ਨਹੀਂ ਵੀ ਅਖਬਾਰ ਅਸ਼ਲੀਲ ਹੈ ਜਾਂ ਤੁਸੀਂ ਖਬਰਾਂ ਪੜ੍ਹ ਕੇ ਇਹ ਕਰਮ ਕਰਨਾ ਹੈ, ਨਹੀਂ। ਖਬਰ ਦਾ ਮਤਲਬ ਇਹ ਹੈ ਤੁਸੀਂ ਸੁਚੇਤ ਹੋ ਜਾਓ, ਤੁਸੀਂ ਜਾਗ ਜਾਓ ਵੀ ਇਹ ਗੁਨਾਹ ਹੈ, ਇਹ ਪਾਪ ਹੈ, ਇਹਦੀ ਸਜ਼ਾ ਮਿਲੇਗੀ। ਗੁਰੂ ਪਾਤਸ਼ਾਹ ਨੇ ਆਪਣੇ ਖਾਲਸੇ ਪੁੱਤਰ ਨੂੰ, ਧੀਆਂ ਨੂੰ ਸੁਚੇਤ ਕਰਨ ਦੇ ਲਈ ਵਿਕਾਰ ਕਿਵੇਂ ਕਿਵੇਂ ਹਮਲਾ ਕਰਦੇ ਨੇ, ਚਰਿਤਰੋ ਪਖਿਆਨ ਦੀ ਰਚਨਾ ਕੀਤੀ ਹੈ। ਇਹ ਖਬਰਾਂ ਮਨੁੱਖਤਾ ਨੂੰ ਜਗਾਉਣ ਦੇ ਲਈ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਾਮ ਵਾਸ਼ਨਾ ਦੇ ਬਾਬਤ ਮਨੁੱਖਤਾ ਨੂੰ ਸਮਝਾਉਂਦੇ ਨੇ। ਕਾਮ ਕਿਹੜੇ ਕਿਹੜੇ ਰੂਪ ਵਿੱਚ ਹਮਲਾ ਕਰਦਾ ਹੈ, ਕਿਵੇਂ ਕਿਵੇਂ ਠੱਗਦਾ ਹੈ, ਕਿਵੇਂ ਇਸ ਤੋਂ ਸੁਚੇਤ ਰਹਿਣਾ ਹੈ। ਹੁਣ ਤੁਸੀਂ ਇੱਕ ਗੱਲ ਆਖੋਗੇ, ਅੱਛਾ ਫਿਰ ਇਸਤਰੀ ਨਾਲ ਪ੍ਰੇਮ ਨਹੀਂ ਚਾਹੀਦਾ, ਮਰਦ ਨਾਲ ਪ੍ਰੇਮ ਨਹੀਂ ਚਾਹੀਦਾ। ਪਾਤਸ਼ਾਹ ਕਹਿੰਦੇ ਨਹੀਂ, ਜਿਹਦੇ ਨਾਲ ਵਿਵਾਹ ਹੋਇਆ ਹੈ ਉਹਦੇ ਨਾਲ ਪ੍ਰੇਮ ਕਰ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਡਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜੈ ਹੋ। ਕਹਿੰਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਿਆ ਦਿੱਤੀ, ਆਪਣੀ ਘਰਵਾਲੀ ਨਾਲ ਪ੍ਰੇਮ ਕਰੋ, ਘਰਵਾਲੀ ਘਰਵਾਲੇ ਨਾਲ ਪ੍ਰੇਮ ਕਰੇ, ਗੈਰ ਦੀ ਸੇਡ ਤੇ ਨਹੀਂ ਜਾਣਾ। ਮਹਾਰਾਜ ਕੀ ਹੋਵੇਗਾ? ਕਹਿੰਦੇ ਪਰ ਨਾਰੀ ਕੇ ਭਜੇ ਸਹਿਸ ਬਾਸਵ ਭਗ ਪਾਏ। ਕਹਿੰਦੇ ਇੰਦਰ ਦਾ ਜੀਵਨ ਪੜ੍ਹ, ਸਹਿਸ ਭਗਾਂ ਹੋ ਗਈਆਂ, ਸ਼ਰਾਪਿਆ ਗਿਆ ਪਰ ਇਸਤਰੀ ਦਾ ਸੰਗ ਕੀਤਾ। ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ, ਚੰਦਰਮਾ ਕਲੰਕਿਤ ਹੋ ਗਿਆ। ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਇਓ ਹੋ, ਪਰ ਨਾਰੀ ਕੇ ਹੇਤ ਕਟਕ ਕਵਰਨ ਕੋ ਘਾਇਓ। ਆ ਕੌਰਵ ਪਰ ਨਾਰੀ ਦਾ ਸੰਗ ਕਰਨਾ ਚਾਹੁੰਦੇ ਸੀ, ਦ੍ਰੋਪਦੀ ਦਾ, ਸਭ ਕੁਝ ਗਵਾ ਬੈਠੇ, ਪਾਂਡੋ ਜਿੱਤ ਗਏ। ਰਾਵਣ ਪਰ ਨਾਰੀ ਦਾ ਸੰਗ ਕਰਨਾ ਚਾਹੁੰਦਾ ਸੀ, ਸੀਤਾ ਜੀ ਨੂੰ ਹੱਥ ਪਾਇਆ, 10 ਦੇ 10 ਸਿਰ ਵਢਾ ਬੈਠਿਆ। ਤੇ ਗੁਰਬਾਣੀ ਕਹਿੰਦੀ ਮੂਰਖ ਰਾਵਣ ਕਿਆ ਲੈ ਗਿਆ। ਇਹ ਸਜ਼ਾ ਹੈ ਪਰਾਈ ਨਾਰੀ ਦਾ ਸੰਗ ਕਰਨ ਦੀ। ਬਾਣੀ ਨੇ ਇੱਕ ਗੱਲ ਕਹੀ ਹੈ, ਸਾ ਕੁਸੁੱਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ, ਪਿਰ ਕੀ ਸਾਰ ਨਾ ਜਾਣਈ ਦੂਜੇ ਭਾਏ ਪਿਆਰ। ਹੁਣ ਕੁਲੱਖਣੀ ਕੁਚੱਜੀ ਦਾ ਜ਼ਿਕਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਜੋ ਚਰਿਤਰਾਂ ਵਿੱਚ ਹੈ, ਵੇਸਵਾ ਦਾ। ਕਹਿੰਦੇ ਉਹ ਜਿਹੜੀ ਬਹੁਤਿਆਂ ਦਾ ਇਸਤਰੀ ਸੰਗ ਕਰਦੀ ਹੈ, ਮਹਾਰਾਜ ਕਹਿੰਦੇ ਉਹਦਾ ਜੀਵਨ ਅਜਾਈਂ ਚਲਿਆ ਜਾਂਦਾ ਹੈ। ਉਹ ਫਿਰ ਵਾਰ-ਵਾਰ ਗਰਭ ਵਿੱਚ ਆਉਂਦੀ ਹੈ। ਉਹ ਕੁਲੱਖਣੀ ਹੈ, ਉਹ ਸੁਹਾਗਣ ਨਹੀਂ ਹੈ, ਉਹਦੀ ਵਡਿਆਈ ਨਹੀਂ ਹੋਵੇਗੀ। ਇੱਦਾਂ ਹੀ ਇਨਸਾਨ ਨੂੰ, ਮਨੁੱਖ ਨੂੰ ਸਮਝਾਉਂਦਿਆਂ ਮਰਦ ਬਾਬਤ ਆਖਣ ਲੱਗੇ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਕਹਿੰਦੇ ਜਿਹੜਾ ਪਰਾਏ ਧਨ ਵੱਲ ਨਹੀਂ ਵੇਂਦਾ, ਕਿਸੇ ਦਾ ਹੱਕ ਨਹੀਂ ਖਾਂਦਾ ਤੇ ਪਰਾਏ ਤਨ ਨੂੰ ਨਹੀਂ ਭੋਗਦਾ, ਉਹਦੇ ਪਾਸ ਪ੍ਰਭੂ ਵਸਦਾ। ਜਿੱਥੇ ਪ੍ਰੇਮ ਹੈ, ਵਿਵਾਹ ਹੈ, ਉੱਥੇ ਸੰਗ ਕਰਨਾ ਜਾਇਜ਼। ਜਦੋਂ ਧੱਕੋ ਜ਼ੋਰੀ ਕਿਸੇ ਹੋਰ ਦਾ ਸੰਗ ਕਰਦਾ ਹੈ, ਕਹਿੰਦੇ ਉਹਦੇ ਨੇੜੇ ਨਰ ਹਰੀ ਨਹੀਂ ਵਸਦਾ, ਅਕਾਲ ਪੁਰਖ ਨਹੀਂ ਵਸਦਾ, ਉਹ ਤੋਂ ਦੂਰ ਹੋ ਜਾਂਦਾ ਹੈ। ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆ, ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ, ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਵੇਂ ਇਸਤਰੀ ਪਤੀ ਵਰਤਾ ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ, ਪਤੀ ਆਪਣੀ ਇਸਤਰੀ ਨਾਲ ਪ੍ਰੇਮ ਕਰਦਾ ਹੈ, ਇੱਦਾਂ ਹੀ ਤੁਸੀਂ ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ। ਦਵੈਸ਼ ਨਹੀਂ ਰੱਖਣੀ, ਕਿਸੇ ਹੋਰ ਨਾਲ ਪ੍ਰੇਮ ਨਹੀਂ ਕਰਨਾ। ਜੀਵਨ ਅਜਾਇਆਂ ਚਲਿਆ ਜਾਵੇਗਾ।
ਸੋ ਇੱਥੇ ਮਹਾਰਾਜ ਨੇ ਪਤੀ ਵਰਤਾ ਹੋਣ ਦਾ ਧਰਮ ਕਿਵੇਂ ਨਿਭਾਉਣਾ ਹੈ ਤੇ ਕਿਵੇਂ ਮਰਦ ਨੇ ਆਪਣੀ ਇਸਤਰੀ ਪ੍ਰਤੀ ਜਤ ਸਤ ਰੱਖਣਾ, ਇਹਦੀ ਮਹਾਨਤਾ ਦਰਸਾਈ ਹੈ। ਔਰ ਨਾਲ ਇਹ ਵੀ ਕਹਿ ਦਿੱਤਾ, ਇੱਦਾਂ ਹੀ ਜੀਵ ਇਸਤਰੀ ਨੇ ਅਕਾਲ ਪੁਰਖ ਤੋਂ ਲਹਿਦਾ ਕਿਸੇ ਹੋਰ ਨੂੰ ਖਸਮ ਨਹੀਂ ਮੰਨਣਾ, ਧਿਆਉਣਾ ਨਹੀਂ ਹੈ। ਸੋ ਇੱਦਾਂ ਦੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨੇ, ਦਸਮ ਗ੍ਰੰਥ ਦੇ ਵਿੱਚ ਵੀ ਨੇ। ਹੁਣ ਆਪਣੇ ਖਾਲਸੇ ਪੁੱਤਰ ਨੂੰ ਪਾਤਸ਼ਾਹ ਕਾਮ ਦੇ ਵਿਸ਼ੇ ਤੇ ਵੀ ਸਮਝਾਉਂਦੇ ਨੇ। ਦੇਖੋ, ਜੇ ਲੋਭ ਮੋਹ ਹੰਕਾਰ ਦੇ ਵਿਸ਼ੇ ਦੇ ਸਮਝਾਉਣਾ ਹੈ ਤੇ ਉਹਨਾਂ ਵਿਸ਼ਿਆਂ ਤੇ ਗੱਲ ਕਰਨੀ ਪਵੇਗੀ। ਸੋ ਬੱਚਿਆਂ ਨੂੰ ਕਾਮ ਦੇ ਵਿਸ਼ੇ ਤੇ ਸਮਝਾਉਣਾ ਹੈ ਤੇ ਕਾਮ ਬਾਬਤ ਗੱਲ ਕਰਨੀ ਪੈਂਦੀ ਹੈ। ਸੋ ਗੁਰੂ ਪਾਤਸ਼ਾਹ ਨੇ ਐਸੀਆਂ ਕਹਾਣੀਆਂ ਲਿਖੀਆਂ ਨੇ ਸਾਨੂੰ ਸਮਝਾਉਣ ਦੇ ਲਈ। ਤੁਸੀਂ ਵਾਰ-ਵਾਰ ਜਦੋਂ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਦੇ ਹੋ, ਤੁਹਾਨੂੰ ਇੱਦਾਂ ਦਾ ਬੜਾ ਕੁਛ ਨਜ਼ਰੀ ਆ ਜਾਂਦਾ ਹੈ। ਇੱਕ ਹੋਰ ਵੀ ਕਾਰਨ ਸੀ ਖਾਲਸੇ ਨੂੰ ਕਾਮ ਤੋਂ ਸੁਚੇਤ ਕਰਨ ਦਾ। ਦਿੱਲੀ ਦੇ ਤਖਤ ਉੱਪਰ ਔਰੰਗਜ਼ੇਬ ਬਾਦਸ਼ਾਹ ਬੈਠਾ ਹੈ। ਭਾਰਤ ਵਰਸ਼ ਦੇ ਵਿੱਚ ਹੋਰ ਵੀ ਛੋਟੇ ਛੋਟੇ ਰਾਜੇ ਰਜਵਾੜੇ ਨੇ। ਰਾਜੇ ਲੋਕ ਬਹੁਤੇ ਅਯਾਸ਼ ਹੁੰਦੇ ਸਨ, ਕਾਮੀ ਹੁੰਦੇ ਸਨ, ਵਿਕਾਰੀ ਹੁੰਦੇ ਸਨ, ਨਸ਼ਾ ਕਰਦੇ ਸਨ, ਸ਼ਰਾਬ ਤੇ ਹੁਸਨ ਦੇ ਵਿੱਚ ਮਸਤ ਰਹਿੰਦੇ ਸਨ। ਸ਼ਰਾਬ ਤੇ ਹੁਸਨ ਉਹਨਾਂ ਦੀ ਕਮਜ਼ੋਰੀ ਸੀ। ਸੋ ਇੱਕ ਰਾਜ ਭਾਗ ਨੂੰ ਖਤਮ ਕਰਨ ਲਈ ਦੂਸਰਾ ਰਾਜਾ ਸੁੰਦਰ ਔਰਤਾਂ ਨੂੰ ਭੇਜਦਾ ਸੀ, ਇਸਤੇਮਾਲ ਕਰਦਾ ਸੀ। ਔਰ ਕਾਮੀ ਰਾਜੇ ਔਰਤਾਂ ਦੇ ਗੁਲਾਮ ਹੋ ਕੇ ਭੇਦ ਦੇ ਬੈਠਦੇ ਸਨ, ਸੂਹ ਦੇ ਬੈਠਦੇ ਸਨ। ਔਰ ਉਹ ਰਾਜਾ ਜਦੋਂ ਮੈਦਾਨੇ ਜੰਗ ਵਿੱਚ ਜਾਂਦਾ ਸੀ, ਉਹਦੀ ਕਮਜ਼ੋਰੀ ਦੂਸਰੇ ਰਾਜੇ ਦੇ ਸਾਹਮਣੇ ਜ਼ਾਹਰ ਹੁੰਦੀ ਸੀ, ਮੈਦਾਨ ਹਾਰਦਾ ਸੀ, ਰਾਜ ਭਾਗ ਗਵਾ ਬੈਠਦਾ ਸੀ, ਜਾਨੀ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਸੀ। ਹੁਣ ਨਿਸ਼ਾਨੇ ਤੇ ਕੇਵਲ ਰਾਜਾ ਹੀ ਨਹੀਂ ਸੀ, ਵਜ਼ੀਰ ਵੀ ਸਨ, ਸਿਪਾਹੀ ਵੀ ਸਨ, ਕਿਉਂਕਿ ਹੁਸਨ ਸਭ ਫੌਜਾਂ ਦੀ ਕਮਜ਼ੋਰੀ ਰਿਹਾ ਹੈ। ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਜਿੱਤਦਾ ਸੀ, ਉਹਦੀਆਂ ਇਸਤਰੀਆਂ ਧੱਕੋ ਜ਼ੋਰੀ ਲਿਆ ਕੇ ਪਾਪ ਕਰਦਾ ਸੀ। ਪਰ ਇੱਕ ਖਾਲਸਾ ਰਾਜ ਨੂੰ ਤੁਸੀਂ ਵੇਖੋ, ਰਾਜਾ ਰਣਜੀਤ ਸਿੰਘ ਦਾ ਰਾਜ, ਕੋਈ ਵੀ ਮੁਗਲਾਂ ਕੋਲੋਂ ਜੰਗ ਜਿੱਤਿਆ ਹੈ, ਇਸਤਰੀ ਨੂੰ ਹੱਥ ਨਹੀਂ ਲਾਇਆ, ਸ਼ਾਨੋ ਸ਼ੌਕਤ ਨਾਲ ਘਰ ਪਹੁੰਚਾਇਆ ਗਿਆ ਹੈ। ਇਖਲਾਕ ਦੇ, ਕਰੈਕਟਰ ਦੇ ਸਿੱਖ ਉੱਚੇ ਸਨ। ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਮੁਸੱਲੀ ਦਾ ਸੰਗ ਨਹੀਂ ਕਰਨਾ, ਗੈਰ ਇਸਤਰੀ ਨਾਲ ਧੱਕੋ ਜ਼ੋਰੀ ਨਹੀਂ ਕਰਨੀ। ਸੋ ਇਹ ਚਰਿੱਤਰ ਤਾਂ ਲਿਖੇ ਗਏ ਸਨ। ਇਸ ਗੱਲ ਦਾ ਖਿਆਲ ਰੱਖਿਓ, ਬੜੇ ਬੜੇ ਰਾਜੇ ਕਾਮ ਵਾਸ਼ਨਾ ਵਸ ਰਾਜ ਭਾਗ ਗਵਾ ਲੈਂਦੇ ਸੀ। ਕਲਗੀਧਰ ਕਹਿੰਦੇ, ਮੇਰੇ ਖਾਲਸੇ ਨੇ ਰਾਜ ਕਰਨਾ ਏ, ਕਿਤੇ ਕਾਮ ਦਾ ਸ਼ਿਕਾਰ ਨਾ ਬਣ ਜਾਵੇ, ਕਿਤੇ ਹੋਰਾਂ ਰਾਜਿਆਂ ਵਾਂਗੂ ਗੈਰਾਂ ਦੀ ਪੱਤ ਨਾ ਲੁੱਟੇ। ਐਸਾ ਰਾਜ ਚਾਹੀਦਾ ਹੈ ਜਿਹਦੀਆਂ ਉਦਾਹਰਨਾਂ ਦੁਨੀਆ ਦੇ ਅੰਦਰ ਦਿੱਤੀਆਂ ਜਾਣ। ਤੇ ਹੋਇਆ ਵੀ ਐਸਾ। ਸਭ ਸੁਖਾਲੀ ਉਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਰਾਜਾ ਰਣਜੀਤ ਸਿੰਘ ਦਾ, ਖਾਲਸੇ ਦਾ ਰਾਜ ਐਸਾ ਸੀ, ਸਾਰਿਆਂ ਹੀ ਸੁੱਖ ਮਾਣਿਆ, ਕਿਸੇ ਨਾਲ ਧੱਕੋ ਜ਼ੋਰੀ ਨਾ ਹੋਈ। ਸੋ ਯਾਦ ਰੱਖਿਓ, ਮਹਾਰਾਜ ਕਹਿੰਦੇ ਹੁਸਨ ਦੇ ਸ਼ਿਕਾਰ ਨਹੀਂ ਹੋਣਾ। ਅਗਰ ਸ਼ਿਕਾਰ ਹੋ ਗਏ ਜੀਵਨ ਅਜਾਈ ਜਾਵੇਗਾ। ਇਹਦਾ ਮਤਲਬ ਇਹ ਨਹੀਂ ਹੈ ਗੈਰ ਇਸਤਰੀ ਤੇ ਤੁਸੀਂ ਸ਼ੱਕ ਕਰਦੇ ਹੋ, ਡਾਊਟ ਕਰਦੇ ਹੋ, ਨਜ਼ਦੀਕ ਨਹੀਂ ਜਾਂਦੇ ਵੀ ਅਸੀਂ ਕਾਮ ਵਾਸ਼ਨਾ ਤੋਂ ਬਚਣਾ ਹੈ। ਇਹੀ ਸ਼ੱਕ ਦੀ ਨਜ਼ਰ ਨਾਲ ਤੁਸੀਂ ਘਰ ਵਾਲੀ ਨੂੰ ਵੇਖੋ, ਇਹ ਠੀਕ ਨਹੀਂ ਹੈ। ਗੈਰ ਨੂੰ ਗੈਰ ਸਮਝਣਾ ਹੈ, ਬਰਾਬਰ ਹੈ। ਭੈਣ ਆਖੋ ਛੋਟੀ ਹੈ, ਧੀ ਆਖੋ ਵੱਡੀ ਹੈ, ਮਾਤਾ ਆਖੋ, ਪਰ ਨਾਰੀ ਧੀ ਭੈਣ ਵਖਾਣਾ ਹੈ। ਏਕਾ ਨਾਰੀ ਜਤੀ ਹੋਏ, ਪਰ ਆਪਣੀ ਇਸਤਰੀ ਦੇ ਨਾਲ ਪ੍ਰੇਮ ਰੱਖੋ। ਕੁਝ ਐਸੀ ਸਿੱਖਿਆ ਹੈ, ਕੁਝ ਐਸਾ ਸਮਝਾਇਆ ਹੈ ਆਪਣੇ ਖਾਲਸੇ ਨੂੰ। ਆਪਣੇ ਖਾਲਸਾ ਪੰਥ ਨੂੰ ਸੁਚੇਤ ਕੀਤਾ ਕਲਗੀਧਰ ਨੇ ਵੀ ਕਾਮ ਦੇ ਇਹ ਟੋਏ ਨੇ, ਇਹਨਾਂ ਦੇ ਵਿੱਚ ਤੁਸੀਂ ਡਿੱਗਣਾ ਨਹੀਂ ਹੈ। ਔਰ ਯਾਦ ਰੱਖਿਓ, ਨਿਜ ਬਲ ਦੇ ਨਾਲ ਬਚਿਆ ਨਹੀਂ ਜਾ ਸਕਦਾ। ਜੇ ਤੁਸੀਂ ਆਖੋ ਨਾ ਮੈਂ ਨਹੀਂ ਡੋਲਾਂਗਾ, ਕਾਮ ਕ੍ਰੋਧ ਲੋਭ ਤੋਂ ਬਚਾਂਗਾ, ਇਹ ਬੜਾ ਮੁਸ਼ਕਲ ਹੈ। ਨਿਜ ਬਲ ਵਰਤੋ, ਪਰ ਪਰਮਾਤਮ ਬਲ ਦਾ ਆਸਰਾ ਲਓ। ਪਰਮਾਤਮਾ, ਮੇਰਾ ਮਨ ਡੋਲ ਜਾਂਦਾ ਹੈ ਰੰਗ ਰੂਪ ਵੇਖ ਕੇ, ਮੈਂ ਗੈਰਾਂ ਦੀ ਮਾਇਆ ਵੇਖ ਕੇ ਭਟਕ ਜਾਂਦਾ ਹਾਂ। ਮੁਰਦਾਰ ਖਾਣ ਨੂੰ ਦਿਲ ਕਰਦਾ ਹੈ, ਕਿਸੇ ਦਾ ਹੱਕ ਮਾਰਨ ਨੂੰ ਦਿਲ ਕਰਦਾ ਹੈ, ਕਿਸੇ ਦਾ ਸਰੀਰ ਭੋਗਣ ਨੂੰ ਦਿਲ ਕਰਦਾ ਏ। ਇੰਨੀ ਕੁ ਪਕੜ ਮੇਰੀ ਮੇਰੇ ਮਨ ਤੇ ਬਣ ਜਾਵੇ, ਮੈਂ ਇੱਧਰ ਉੱਧਰ ਝਾਤ ਨਾ ਮਾਰਾਂ, ਬੁਰੀ ਨਜ਼ਰ ਨਾ ਪਾਵਾਂ। ਇਹ ਤੇਰੀ ਕਿਰਪਾ ਹੋਵੇ ਤੇ ਮਨ ਕਾਬੂ ਵਿੱਚ ਆਵੇਗਾ। ਇਹ ਹੈ ਅੰਦਰੂਨੀ ਹਮਲੇ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਤੇ ਕਰਦੇ ਨੇ। ਉਹਨਾਂ ਤੋਂ ਬਚਣ ਲਈ ਅਕਾਲ ਪੁਰਖ ਅੱਗੇ ਬੇਨਤੀ ਕੀ ਕਹਿਣਾ ਹੈ, ਹਮਰੀ ਕਰੋ ਹਾਥ ਦੇ ਰੱਛਾ। ਇੱਦਾਂ ਹੀ ਪ੍ਰਤੱਖ ਬਾਹਰੀ ਦੁਸ਼ਮਣਾਂ ਤੋਂ ਬਚਣ ਦੇ ਲਈ
दूल्हा देवी दे वांगू अकाल पुरख नूं ध्याउणा है ते तुहाडी उस देवी दी न्याई मदद करेगा, दुश्मनां ते जित प्राप्त करोगे, तुहाडे जीवन विचों गुलामी दे संगल कट्टे जाणगे। सो ऐसियां उदाहरणां पातशाह ने दीन दुनिया दे मालक ने पेश कीतियां हन। हुण महाराज बेनती दे तौर ते इत्थे सिख जगत नूं फरमान करदे ने, समझाउंदे ने भी अकाल पुरख अगे तुसीं रोज़ ही बेनती करनी, अरदास करनी, रोगां सोगां तो, विकारां दे हमले तो, प्रतख दुश्मनां तो साडी रखिया कर। दसम पातशाह अगे फिर अपनी बीर रसी बोली दे विच पुरजोर कलम नाल मंगल करते ने। एक ओंकार श्री वाहिगुरू जी की फतेह। एक ओंकार अकाल पुरख परमात्मा एक है, सबना दा प्रकाशक है। श्री वो शिरोमणी है, वो माया दा पति है, वो सुंदर है। जां श्री लफ्ज़ आपां किसे नूं आदर देण दे लई आदर बोधक शब्द वजों भी वरत लैने हैं। श्रीमान जी इदां करके आपां पुकार लैने हैं। महाराज कहिंदे ने वाहेगुरू सब दा शिरोमणी वाहेगुरू है। वो वाह रूप है, भाव अश्चर्ज रूप है। उसकी माया नूं वेखदे हां, उसकी रची प्रकृति नूं वेखदे हां, उसकी इस महान रचना नूं वेखदे हां, उस परमात्मा दे बेअंत गुणां नूं वेखदे हां। वो जो साडे ते एहसान करदा है, रहम करदा है, रहीम है, किरपा करदा है, किरपालू है, दया करके झोली भरदा है, दयालू है। जदों ਉਹਦੀ इस रचना नूं वेखदे हां, ਉਹਦੇ गुणां नूं वेखदे हां, समझदे हां ते मूहों की निकलदा है वाह, अश्चर्ज रूप है, ਉਹਦੇ वर्गा कोई दूसरा नहीं है। मलो मली मूहों वाहो वाहो निकलदा है। जिवें गुरु ग्रंथ साहिब विच आउंदा ना, वाहो वाहो तिस नूं आखी है जे सब मैं रहा समाए। असीं एक जगह मौजूद रह सकते हैं, एक स्थान ते। अकाल पुरख हर जरे विच मौजूद है, हर जरे विच समाया होया है। उहदा ऐसा अश्चर्ज रूप देख के ही कहिंदे हाँ वाहो वाहो तिसनूं आखिया जे देंदा रिजक संभाहे। सारियां नूं रिजक दे रहा है, और रोजी दे रहा है, रोटी दे रहा है। कलगीधर जिवें जफरनामे च कहिंदे ने अमा बख्शो बख्शिंद ओ दस्तगीर रजा बख्श रोजी देहो दिल पाजीर। ओ दस्त फड़ के, हथ फड़ के, गीर फड़न वाला अकाल पुरख सबना नूं रोजी रोटी दे रहा है, मन पाउंदियां दातां दे रहा है। इत्थों तक गुरु ग्रंथ साहिब कहिंदे पत्थरां दे विच भी कई कीड़े ने, उन्हां तक भी भोजन पहुंचा दिंदा, तूं क्यों इन्ना फिक्र करदा है। सैल पत्थर मह जंत उपाए तांका रिजक आगै कर धरिया, फिक्र ना कर कहिंदे। सो ऐसे कौतक वेख के उहदे लई मूहों की निकलदा है नानक वाहो वाहो इको कर सालाही है जे सतगुर दिया दिखाए। कहिंदे वो रब ते दिखदा नहीं, कहिंदे जे सतगुरु किरपा होवे ते अश्चर्ज रूप परमात्मा नजरी आ जांदा है। वाह गुरु, गू तो भाव है अंधकार, रू तो भाव है प्रकाश। जो अंधकार नूं अगियान नूं मिटाउंदा है, प्रकाश बख्शदा है। जिथे गूढ़ हनेरा होवे दीवा बाल दो ते प्रकाश हुंदा है। इउं अगियान नाल भरी साडी सुरती दे अंदर जदों बाणी दा ज्ञान दीवा बन के जगदा है, अगियान मिट जाता है। अगे लफ्ज़ है जी की फतेह, जी आदर बोधक लफ्ज़ है, ते फतेह ये अरबी का लफ्ज़ है विजय, जित, जो कदे हारदा नहीं है। खालसा पंथ नूं सुरजीत कीता, मुरदियां विच रूह फूंक के बीर रस पैदा कीता, ते ऐसे भारे भारे बोल बख्शे। इहो जे जिहड़े बाणी दे मंगल ने ना दसम ग्रंथ दे, इन्हां तो ही साडी फतेह बनी है। वाहिगुरू जी का खालसा वाहिगुरू जी की फतेह। जिवें इस मंगल चों लै लिया वाहिगुरू जी की फतेह। हुण इत्थे खालसा लफ्ज़ कित्थों लिया है। पूरन जोत जगह घट मैं तब खालस ताहे ना खालस जानै। खालस निरोल विकारां तो रहत उपरामता हासल उस बुलंद हस्ती लई वरतिया है जिहड़ा उपराम हो गया होवे, मोह माया तो उठिया होवे। सो इउं साडी फतेह बनी है सिखा। अगे कहिंदे ने
ਵਾਹਿਗੁਰੂ ਤੇਰੀ ਸਦਾ ਹੀ ਫਤਿਹ ਹੈ, ਤੂੰ ਕਦੇ ਵੀ ਹਾਰਦਾ ਨਹੀਂ ਹੈ। ਹਾਰ ਜਿੱਤ ਮਨੁੱਖ ਦੀ ਹੈ, ਅਕਾਲ ਪੁਰਖ ਕਿਸੇ ਤੋਂ ਹਾਰਦਾ ਨਹੀਂ, ਸਦਾ ਹੀ ਜਿੱਤਦਾ ਹੈ। ਪਾਤਸ਼ਾਹੀ ਦਸਵੀਂ, ਪਾਤ ਕਹਿੰਦੇ ਨੇ ਤਖਤ ਨੂੰ ਫਾਰਸੀ ਦੇ ਵਿੱਚ, ਸ਼ਾਹੀ ਸ਼ਾਹ ਮਾਲਕ ਸੁਲਤਾਨ ਜੋ ਤਖਤ ਦਾ ਮਾਲਕ ਹੈ। ਅਕਾਲ ਪੁਰਖ ਦੇ ਅਗੰਮੀ ਅਜ਼ਮਤੀ ਨੂਰਾਨੀ ਮੁਜਸਮੇ ਦਾ ਮਾਲਕ, ਉਹਦੀ ਅਗੰਮੀ ਜੋਤ ਦਾ ਵਾਲੀ, 10ਵਾਂ ਮਹੱਲ ਗੁਰੂ ਗੋਬਿੰਦ ਸਿੰਘ, ਜਿੱਥੇ ਗੁਰੂ ਨਾਨਕ ਦੀ ਅਕਾਲ ਪੁਰਖ ਦੀ ਜੋਤ ਸਮਾਈ ਹੈ। ਉਹ ਪਾਤਸ਼ਾਹ ਹੈ ਕੁੱਲ ਕਾਇਨਾਤ ਦਾ। ਕਬਿਓ ਬਾਚ ਬੇਨਤੀ ਚੌਪਈ, ਕਬਿਓ ਬਾਚ ਦਾ ਭਾਵ ਹੈ ਗੁਰੂ ਸਾਹਿਬ ਇੱਕ ਨਿਰਮਾਣਤਾ ਵਿੱਚ ਆ ਕੇ ਕਵੀ ਬਣ ਕੇ ਗਲੂਏ ਮੁਬਾਰਕ ਤੋਂ ਉਚਾਰਨ ਕਰਦੇ ਨੇ। ਕੀ ਉਚਾਰਦੇ ਨੇ? ਬੇਨਤੀ। ਅਕਾਲ ਪੁਰਖ ਅੱਗੇ ਅਰਦਾਸ ਕਰਦੇ ਨੇ, ਰੋਗਾਂ ਤੋਂ ਸੋਗਾਂ ਤੋਂ ਵਿਕਾਰਾਂ ਤੋਂ ਰੱਖਣਾ ਕਰ, ਐਸਾ ਉਹ ਬਚਨ ਕਰਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਡੀ ਕਹਿ ਕੇ ਪੁਕਾਰਿਆ ਹੈ, ਕਵੀ ਕਹਿ ਕੇ ਪੁਕਾਰਿਆ। ਨਿਰਮਾਣਤਾ ਦੇ ਵਿੱਚ ਉਹ ਬੋਲੇ ਨੇ, ਹਉ ਢਾਡੀ ਕਾ ਨੀਚ ਜਾਤ, ਆਪਣੇ ਆਪ ਨੂੰ ਨਿਰਮਾਣ ਕਿਹਾ ਹੈ। ਅਕਾਲ ਪੁਰਖ ਤੇਰੇ ਗੁਣ ਗਾਉਂਦਾ ਹਾਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ, ਗਿਆਨ ਵੇ ਲਾ ਲੋ। ਤੇਰੇ ਹੁਕਮ ਵਿੱਚ ਜਿਹੜੀ ਬਾਣੀ ਆਉਂਦੀ ਹੈ, ਕਵੀ ਬਣ ਕੇ ਮੈਂ ਉਹ ਗਾਉਂਦਾ ਹਾਂ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਬਾਣੀ ਗਾਉਂਦੇ ਨੇ। ਇੱਥੇ ਲਫ਼ਜ਼ ਹੈ ਚੌਪਈ, ਚਤੁਸ਼ਪਦੀ, ਇੱਕ ਮਾਤਰਕ ਛੰਦ ਹੈ, ਜਿਸ ਦਾ ਲੱਛਣ ਹੈ 4 ਚਰਨ ਨੇ, ਪ੍ਰਤੀ ਚਰਨ 15 ਮਾਤਰਾ ਨੇ। ਪਹਿਲਾ ਵਿਸ਼ਰਾਮ 8 ਤੇ ਹੈ, ਦੂਸਰਾ ਜਿਹੜਾ ਵਿਸ਼ਰਾਮ ਹੈ 7 ਤੇ ਹੈ, ਤੇ ਅੰਤ ਗੁਰੂ ਲਘੂ ਤੇ ਹੈ। ਭਾਵ ਉਹ ਛੰਦ ਜਿਹਦੇ 4-4 ਪਦੇ ਨੇ, 4-4 ਪੰਕਤੀਆਂ ਨੇ। ਇਹ ਖਾਸ ਬਾਣੀ ਨੂੰ ਚੌਪਈ ਸਾਹਿਬ ਤਾਂ ਕਹਿੰਦੇ ਹਾਂ, ਚੌਪਈ ਛੰਦ ਦੇ ਵਿੱਚ ਇਹ ਬੋਲ ਰਚੇ ਗਏ ਨੇ। ਸੋ ਇਹਦੀਆਂ ਹੋਰ ਵੀ ਉਦਾਹਰਨਾਂ ਆਪਾਂ ਨੂੰ ਬਾਣੀ ਵਿੱਚ ਮਿਲ ਜਾਂਦੀਆਂ ਨੇ ਇਸ ਛੰਦ ਬਾਬਤ। ਸੋ ਖੈਰ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਪਾਕ ਬਾਣੀ ਉਚਾਰਦੇ ਨੇ। ਔਰ ਇਹਦੀ ਜਿਹੜੀ 10ਮ ਗ੍ਰੰਥ ਦੇ ਅੰਦਰ ਪਾਕ ਅੰਗ ਦੇ ਉੱਤੇ ਸੁਸ਼ੋਭਿਤ ਹੋਣ ਦੀ ਜਗ੍ਹਾ ਹੈ ਨਾ, ਉਹ ਹੈ 1386 ਅੰਗ। ਸੋ ਇਹ ਪਾਕ ਬਾਣੀ ਰੱਖਿਆ ਦੇ ਲਈ ਹੈ। ਕੱਲ੍ਹ ਨੂੰ ਇਸ ਬਾਣੀ ਦੀ ਜੋ ਅਗੰਮੀ ਵਿਚਾਰ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਝੋਲੀ ਪਾਈ ਹੈ, ਉਸ ਦਾ ਆਗਾਜ਼ ਹੋਵੇਗਾ। ਔਰ ਇਹਦੀ ਡੇਟ ਵੀ ਮਹਾਰਾਜ ਨੇ ਸਾਫ਼ ਲਿਖੀ ਹੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਐਤਵਾਰ ਹੈ, ਭਾਦੋਂ ਸੁਦੀ ਅਸ਼ਟਮੀ ਹੈ, 8ਵੀਂ ਹੈ। ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਤਲੁਜ ਦੇ ਕੰਢੇ ਗ੍ਰੰਥ ਨੂੰ ਸੁਧਾਰਨਾ ਕੀਤਾ ਹੈ, ਚੌਪਈ ਲਿਖੀ ਹੈ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੰਬੋਰ ਸਾਹਿਬ ਬਣਿਆ ਹੋਇਆ ਹੈ, ਉੱਥੇ ਇਹ ਪਾਕ ਬਾਣੀ ਪਾਤਸ਼ਾਹ ਨੇ ਉਚਾਰਨ ਕੀਤੀ ਹੈ। 1753 ਬਿਕਰਮੀ ਸੰਮਤ, ਫਿਰ ਧਿਆਨ ਦਿਓ, ਸੰਮਤ 17 ਸਹਿਸ ਭਣਿਜੈ, 17 ਨੂੰ 100 ਨਾਲ ਮਲਟੀਪਲਾਈ ਕਰੋ, 1700 ਅਰਧ ਸਹਿਸ, 100 ਨੂੰ ਅੱਧ ਵਿੱਚ ਲੈ ਆਓ, 50 ਰਹਿ ਗਏ, 1750 ਫੁਨ 3 ਕਹਿਜਾ, 3 ਨੂੰ ਐਡ ਕਰ ਲਵੋ। 1753 ਬਿਕਰਮੀ ਸੰਮਤ ਵਿੱਚ ਇਹ ਬਾਣੀ ਲਿਖੀ। 1756 ਬਿਕਰਮੀ ਸੰਮਤ ਵਿੱਚ ਅੰਮ੍ਰਿਤ ਸੰਚਾਰ ਹੋਇਆ। 3 ਸਾਲ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਲਿਖੀ ਹੈ ਜੀ। ਇਸ ਵਿਚਾਰ ਨੂੰ ਹਿਰਦੇ 'ਚ ਟਿਕਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।